ਵਾਹਿਗੁਰੂ ਸਾਹਿਬ ਜੀ। 12 ਮਹਾਮਾਝ ਮਹੱਲਾ ਪੰਜਵਾ। ਘਰ ਚੌਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੋ ਰਾਮ। ਚਾਰ ਕੁੰਟ 10 ਭ੍ਰਮੇ ਥਾਕੇ ਆਏ ਪ੍ਰਭ ਕੀ ਸ਼ਾਮ। ਢੇਣ ਦੁਦੈ ਤੇ ਬਾਹਰੀ ਕਿਤੇ ਨ ਆਵੈ ਕਾਮ। ਜਲ ਬਿਨ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ। ਹਰ ਨਾਹ ਨ ਮਿਲਿਐ ਸਾਜਨੈ ਕਤ ਪਾਈਐ ਬਿਸਰਾਮ। ਜਿਤ ਘਰ ਹਰ ਕੰਤ ਨਾ ਪ੍ਰਗਟੀ ਪਠ ਨਗਰ ਸੇ ਗਰਾਮ। ਸਰਬ ਸਿਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ। ਪ੍ਰਭ ਸੁਆਮੀ ਕੰਤ ਵਿਹੂਣੀਆਂ ਮੀਤ ਸੱਜਣ ਸਭ ਜਾਮ। ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ। ਹਰ ਮੇਲਹੁ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਚਲ ਧਾਮ। ਚੇਤ ਗੋਵਿੰਦ ਆਰਾਧੀਐ ਹੋਵੇ ਆਨੰਦ ਘਣਾ। ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ। ਜਿਨ ਪਾਇਆ ਪ੍ਰਭ ਆਪਣਾ ਆਏ ਤਿਸ ਹੈ ਗਣਾ। ਏਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ। ਜਲ ਥਲ ਮਹੀਅਲ ਪੂਰਿਆ ਰਵਿਆ ਵਿੱਚ ਬਣਾ। ਸੋ ਪ੍ਰਭ ਚਿਤ ਨ ਆਵਈ ਕਿਤੜਾ ਦੁਖ ਗਣਾ। ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ। ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ। ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ। ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ। ਚੇਤ ਗੋਵਿੰਦ ਆਰਾਧੀਐ ਹੋਵੇ ਆਨੰਦ ਕਣਾ। ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਸਰਬ ਵਿਆਪੀ ਨਿਰੰਕਾਰ ਅਕਾਲ ਪੁਰਖ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਗੁਰੂ ਗੋਬਿੰਦ ਸਿੰਘ ਦਸਵੀਂ ਜੋਤ ਪੰਥ ਦੇ ਵਾਲੀ ਸਰਬਾ ਸਿਧਾਨੀ ਭਗਤਾਂ ਸਮੂਹ ਗ੍ਰੰਥਾਂ ਸ਼ਕਤੀਆਂ ਸਮੇਤ ਹਾਜ਼ਰ ਹਜ਼ੂਰ। ਸ਼ਬਦ ਅਵਤਾਰ ਜੁਗ ਜੁਗ ਟਲ ਸ਼ਾਂਤੀ ਦੇ ਪੁੰਜ ਧਰਤੀ ਨੂੰ ਤੀਰ ਦੇਣ ਵਾਲੇ ਗੁਰੂ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ ਹਰ ਰੋਜ਼ ਦੀ ਤਰ੍ਹਾਂ ਅਤੇ ਵਿਸ਼ੇਸ਼ ਤੌਰ 'ਤੇ ਸੰਗਰਾਂਦ ਦਾ ਦਿਹਾੜਾ ਮੱਦੇ ਰੱਖਦੇ ਹੋਏ ਗੁਰੂ ਬਖਸ਼ਿਆ ਸਰੀਰ ਲੈ ਕੇ ਕਦਮ ਸਫਲੇ ਬਣਾ ਕੇ ਹਜ਼ੂਰ ਦੇ ਸਜੇ ਦਰਬਾਰ ਵਿੱਚ ਪਹੁੰਚੇ ਹੋ। ਸੰਬਤਰ ਸੰਗਤ ਰੂਪ ਹੋ ਕੇ ਮਿਲ ਕੇ ਬੈਠਣ ਦਾ ਸਮਾਂ ਚੰਗੀਆਂ ਭਾਗਾਂ ਨਾਲ ਨਸੀਬ ਹੋ ਰਿਹਾ ਹੈ। ਭਾਗਾਂ ਵਾਲੀਆਂ ਆਤਮਾ ਨੇ ਤੇ ਨੇਮ ਗੁਰਬਾਣੀ ਦਾ ਕੀਤਾ ਹੈ ਜੋ ਗੁਰੂ ਸਾਹਿਬ ਆਪ ਕਰਦੇ ਰਹੇ। ਰੱਬੀ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ, ਗੁਰੂ ਸਾਹਿਬ ਆਪ ਕਰਦੇ ਰਹੇ। ਸੋ ਗੁਰਬਾਣੀ ਦੀ ਕਥਾ ਵਿਚਾਰ ਕਰਨ ਦਾ ਸਮਾਂ ਨਸੀਬ ਹੋ ਰਿਹਾ ਹੈ। ਗੁਰੂ ਸਾਹਿਬਾਂ ਨੇ ਆਪ ਆਰੰਭ ਕੀਤੀ ਸੀ। ਇਸ ਪ੍ਰਕਾਰ ਹੋਰ ਪਰਮੇਸ਼ਰ ਦੇ ਨਾਮ ਦੀ ਅਣਮੁੱਲੀ ਦਾਤ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੋਈ ਹੋਵੇਗੀ। ਸਿੱਖੀ ਮਤ ਅਨੁਸਾਰ 12 ਮਾਹ ਅਨੁਸਾਰ ਗੁਰੂ ਨਾਨਕ ਦੇ ਘਰ ਵਿੱਚ ਇਹ ਨਵਾਂ ਸਾਲ ਹੈ। ਸੰਮਤ ਜਿਸ ਨੂੰ 554ਵਾਂ ਅੱਜ ਆਰੰਭ ਹੋ ਰਿਹਾ ਹੈ। 53ਵਾਂ ਕੱਲ੍ਹ ਤੋਂ ਸਮਾਪਤ ਹੋ ਚੁੱਕਾ ਸੀ। ਚੰਗਾ ਨਾਂ ਰੱਖਿਆ ਹੈ, ਸੋਹਣਾ ਦਿਨ ਚੁਣਿਆ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਦਿਹਾੜਾ ਸਾਨੂੰ ਮਨਾਉਣਾ ਚਾਹੀਦਾ ਹੈ। ਸਾਡੀ ਰਸਨਾ 'ਤੇ ਬਹੁ ਗਿਣਤੀ ਬਹੁਲਤਾ ਈਸਵੀ ਸੰਨ ਚੜ੍ਹਿਆ ਹੋਇਆ ਹੈ। ਬਾਕੀ ਸਾਰੇ ਭੁੱਲੀ ਬੈਠੇ ਹੈ। ਨਹੀਂ ਯਾਦ ਰੱਖਣਾ ਚਾਹੀਦਾ ਹੈ ਜੋ 2022 ਚੱਲ ਰਿਹਾ ਭਲੀ ਪ੍ਰਕਾਰ ਸਭ ਨੂੰ ਬੱਚਿਆਂ ਨੂੰ ਵੀ ਪਤਾ ਹੋਣਾ ਹੈ। ਪਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਿਕਰਮੀ ਸੰਮਤ ਲਿਖਿਆ ਹੈ ਅੱਖਰਾਂ ਵਿੱਚ। ਔਣ 78 ਜਾਣ 97 ਹੋਰ ਪੀ ਉੱਠ ਸੀ ਮਦ ਕਾ ਚੇਲਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਦੇ ਇਹ ਸ਼ਬਦ ਹਨ ਜੋ ਕਿ 2078 ਚੱਲ ਰਿਹਾ ਹੈ। ਅਤੇ
78 ਤੋਂ 79 ਆਉਣ ਵਾਲਾ ਹੈ। ਉਹ ਚੇਤ ਦੇ ਮਹੀਨੇ ਦੀ ਜਿਹੜੀ ਮੱਸਿਆ ਆਉਂਦੀ ਹੈ ਉਹ ਅਗਲੇ ਦਿਨ ਸ਼ੁਰੂ ਹੁੰਦਾ ਹੈ। ਗੁਰਮਤਿ ਵਿੱਚ ਬਹੁ ਗਿਣਤੀ ਪਹਿਲੇ ਸਰੂਪਾਂ ਦੀ ਮਾਣ ਵਡਿਆਈ ਇਸ ਮਹੀਨੇ ਨੂੰ, ਇਸ ਸਾਲ ਨੂੰ ਦਿੱਤੀ ਹੈ, ਜੋ ਕਿ ਦਸਮ ਗ੍ਰੰਥ ਵਿੱਚ ਵੀ ਸੰਮਤ 17 ਸਹਿਸ ਭਣਿਜੈ ਅਰਧ ਸਹਿਸ ਪੰਤੀਨ ਕਹਿਜੈ ਭਾਦਰਵ ਸੁਦੀ ਅਸ਼ਟਮੀ ਰਵਾਰਾ ਤੀਰ ਸਤਦਰਵ ਗ੍ਰੰਥ ਸਾਰਾ। ਸੰਮਤ 70 ਹੈ, 17 ਨੂੰ ਕਹਿੰਦੇ, ਸਹਿਸ 100 ਨੂੰ ਕਹਿੰਦੇ, ਭਣਿਜੇ ਕਥਨ ਕੀਤਾ ਹੈ। ਅਰਧ ਸਹਿਸ ਅੱਧਾ 150 ਤੇ ਪੁਨ 3 ਉੱਤੇ 1753 ਬਿਕਰਮੀ ਤੇ ਸਤਲੁਜ ਨਦੀ ਦਾ ਕਿਨਾਰਾ ਹੈ। ਰਵਿਵਾਰ ਸੂਰਜ ਦਾ ਵਾਰ ਸੀ। ਦਸਮ ਪਾਤਸ਼ਾਹ ਕਹਿੰਦੇ ਜਦੋਂ ਅਸੀਂ ਇਹ ਬਾਣੀ ਰਚੀ ਹੈ, ਕਿਰਤਨ ਰੂਪ ਤੇ ਹੋਰ ਬਾਣੀਆਂ ਇਸ ਪ੍ਰਕਾਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ। ਸਿਰ ਮੱਥੇ ਜਿਵੇਂ ਸਮਾਂ ਚੱਲਦਾ ਸਮੇਂ ਅਨੁਸਾਰ ਮਿਲ ਕੇ ਸਭ ਨੂੰ ਚੱਲਣਾ ਪੈਂਦਾ ਹੈ। ਜੇ ਇਸੇ ਵੇਲਾ ਮੂੰਹ ਚੜਿਆ ਤੇ ਬਾਕੀ ਕਿਉਂ ਭੁੱਲ ਜਾਂਦੇ ਆ? ਨਹੀਂ ਭੁੱਲਣਾ ਚਾਹੀਦਾ। ਇੰਨਾ ਥੋੜ੍ਹਾ ਸਮਾਂ ਹੋਇਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਇਸ ਧਰਤੀ 'ਤੇ ਆਇਆ। ਵਿਸਾਖੀ ਵਾਲੇ ਦਿਹਾੜੇ ਖਾਲਸਾ ਸੰਮਤ ਸ਼ੁਰੂ ਹੋਵੇਗਾ। ਇਸ ਪ੍ਰਕਾਰ ਜਦੋਂ ਕਿਸੇ ਦਾ ਜਨਮ ਹੁੰਦਾ ਹੈ ਉਹਦੇ ਲਈ ਉਹ ਦਿਨ ਨਵਾਂ ਸਾਲ ਹੈ, ਨਵਾਂ ਸੰਮਤ ਹੈ। ਸਭ ਨੂੰ ਯਾਦ ਰੱਖਣਾ ਚਾਹੀਦਾ ਸਮੇਂ ਅਨੁਸਾਰ। ਨਾਲ ਇਹ ਹੋਲੀਆਂ ਦੇ ਦਿਨ ਚੱਲ ਰਹੇ ਨੇ। ਬੜੀ ਪੁਰਾਣੀ ਇਹ ਸਾਖੀ ਹੈ ਜਿਸ ਦੀ ਮਹਿਮਾ ਬਹੁਤ ਭਾਰੀ ਬਾਣੀ ਵਿੱਚ ਮਹਾਰਾਜ ਸਾਹਿਬ ਜੀ ਨੇ ਕਥਨ ਕੀਤੀ ਹੈ। ਭਗਤਾਂ ਨੇ ਕਿਹਾ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਬ੍ਰਹਮਾ ਜੀ ਦੀ ਕੁਲ ਵਿੱਚ ਕਸ਼ਪ ਰਖੀ ਹੋਇਆ ਹੈ ਤੇ ਕਾ ਭਾਵ ਕਾਲ, ਕੇਤ ਕਾਲ, ਸੈਨ, ਕਰੂਰ, ਵਸਤ ਕਾਲ, ਤੁਜ। ਇਹ 4 ਰਾਜੇ ਪੈਦਾ ਕੀਤੇ ਸੀ ਪਰਮੇਸ਼ਰ ਕਰਤੇ ਪੁਰਖ ਨੇ ਆਪ, ਜਿਨ੍ਹਾਂ ਦਾ ਨਾਂ ਹੈ ਬ੍ਰਹਮਾ, ਵਿਸ਼ਨੂੰ, ਸ਼ਿਵ ਜੀ ਤੇ ਪ੍ਰਜਾਪਤ। ਇਹਨਾਂ ਤੋਂ ਅੱਗੇ ਸ੍ਰਿਸ਼ਟੀ ਦੀ ਆਰੰਭਤਾ ਹੋਈ ਹੈ। ਪਹਿਲੇ ਭਾਵੇਂ ਦੈਂਤ ਬਣਾ ਲਏ ਸੀ, ਬਾਹਾਂ ਦੇ ਬਾਲ ਪਾਗਲ ਹੋ ਗਏ। ਜਾਂ ਪਹਿਲੇ ਹਮ ਸ੍ਰਿਸ਼ਟ ਬਣਾਈ, ਦੈਂਤ ਰਚੇ ਦੁਸ਼ਟ ਦੁਖਦਾਈ ਤੇ ਭੁਜਵਲ ਬਵਰੇ ਹੋਏ ਗਏ, ਪੂਜਤ ਪਰਮ ਪੁਰਖ ਰਹਿ ਗਏ। ਤਾਂ ਤੇ ਤਾਹਾਂ ਤੰਪ ਤੰਬ ਖਾਪੇ ਤਸਕੀ ਠੌਰ, ਦੇਵਤਾ ਥਾਪੇ ਉਹਨਾਂ ਦੇਵਤਿਆਂ ਚੋਂ ਮਹਾਦੇਵ ਅਚੁੱਤ ਕਹਾਇਓ, ਵਿਸ਼ਨ ਆਪ ਹੀ ਕੋ ਠਹਿਰਾਇਓ। ਬ੍ਰਹਮਾ ਆਪ ਪਾਰਬਰ ਬਗਾਨਾ, ਪ੍ਰਭ ਕੋ ਪ੍ਰਭ ਨਾ ਕਿਨੂ ਹੋ ਜਾਣਾ। ਇਸ ਪ੍ਰਕਾਰ ਉਹਨਾਂ ਚੋਂ ਪ੍ਰਜਾਪਤ ਦੀਆਂ ਪੁੱਤਰੀਆਂ ਉਹਨੇ ਸਾਬਤ ਸੂਰਤ ਨੱਕ ਕੰਨ ਮਿੰਨ ਤੋਂ ਬਿਨਾਂ ਜਦੋਂ ਵਿਆਹੀਆਂ ਤੇ ਮੰਗੇ ਆਈ ਵੀ ਹੋਰ ਮੰਗ ਕੀ ਚਾਹੁੰਦਾ ਹੈ? ਤੂੰ ਬੱਚੀ ਦਾਨ ਕੀਤੀ ਹੈ, ਇਹਦੋਂ ਵੱਡਾ ਦਾਨ ਦੁਨੀਆ 'ਤੇ ਕੋਈ ਹੋਰ ਨਹੀਂ। ਕਹਿੰਦਾ 10,000 ਹੋਰ ਬੱਚੀ ਪੁੱਤਰੀ ਚਾਹੁੰਦਾ ਹੈ। ਸੋ ਨਹੀਂ, ਭਾਵ ਕੰਨ ਨੱਕ ਵਿੰਨੇ ਸਾਬਤ ਸੂਰਤ ਰੱਖੀਆਂ ਨਹੀਂ। ਹੁਣ ਤਾਂ ਭਰਵੱਟਿਆਂ ਦੀ ਬਿਮਾਰੀ ਪੈ ਗਈ ਹੈ, ਵਾਲ ਸ਼ਾਇਦ ਭਾਰੇ ਲੱਗਦੇ ਆ। ਗੁਰੂ ਦੀ ਦੇਣ ਹੈ। ਕੇਸ ਕੇ ਨਾਮ ਸਿਰ ਦਾ, ਸਾ ਨਾਮ ਸੁੰਦਰਤਾ ਦਾ। ਤੁਸੀਂ ਬਿਊਟੀਫੁਲ ਰੱਖ ਲਿਆ ਕਿਹੜੇ ਆਪਣੇ ਕੋਲੋਂ, ਕਿਵੇਂ ਸੁੰਦਰਤਾ ਵਿਗਾੜਦੇ ਹੋ? ਨਾ ਵਿਗਾੜੋ। ਇਸ ਪ੍ਰਕਾਰ ਉਹਨਾਂ ਦੇ ਘਰ ਵਿੱਚ ਬੰਤਾ, ਕਦਰੂ, ਦਿੱਤ, ਅਦਿੱਤ ਇਹ 4 ਨਾਮ ਸਨ। ਪ੍ਰਜਾਪਤ ਦੀਆਂ ਪੁੱਤਰੀਆਂ ਨੇ ਤੇ ਕਸ਼ਪ ਰਿਖੀ ਬ੍ਰਹਮਾ ਦੀ ਕੁਲ 'ਚ ਹੋਏ, ਉਹਨੇ ਵਿਆਹੀਆਂ ਹੈ। ਬੰਤਾ ਦੀ ਕੁੱਖ ਤੋਂ ਗਰੜ ਪੈਦਾ ਹੋਇਆ, ਜੋ ਵਿਸ਼ਨੂੰ ਭਗਵਾਨ ਦਾ ਵਾਹਨ ਮੰਨਿਆ ਹੈ। ਭਗਤ ਨਾਮਦੇਵ ਕਹਿੰਦੇ ਪਖੰਤਨ ਬਾਜ ਬਜਾਏ ਲਾ, ਗਰੜ ਚੜੇ ਗੋਬਿੰਦ ਆਏ ਲਾ। ਕਹੇ ਤਾਂ ਧਰਨੇ ਕੋਡੀ ਕਰੂੰ, ਕਹੇ ਤੱਲੇ ਕਰੂ ਪਰ ਧਰੂੰ। ਹਰ ਜੀ ਤੇ ਸਦਾ ਡੁਰਾਨੀ ਰਹੀ ਇਹਨਾਂ ਬਲ, ਨਾਮਦੇਵ ਤੈਨੂੰ ਨਜਾਇਜ਼ ਦੁੱਖ ਦੇ ਰਹੇ ਨੇ। ਇਹ ਧਰਤੀ ਕੋਡੀ ਟੇਢੀ ਕਰਦੇ ਹਾਂ, ਇਹ ਧਰਤੀ ਤਾਂ ਚੁੱਕ ਕੇ ਆਕਾਸ਼ ਨੂੰ ਮੋਦੀ ਮਾਰਦੇ ਹਾਂ। ਨਾ ਭਗਵਾਨ ਇਹ ਵੀ ਨਾ ਕਰਿਓ। ਖਾ ਰਹੋ ਵਿਚਾਰ ਉਹ ਵਿਸ਼ਨੂੰ ਭਗਵਾਨ। ਇਸ ਪ੍ਰਕਾਰ ਗਰੜ ਉਹਦਾ ਭਾਵ ਵਾਹਨ ਬਣਿਆ। ਦਗੰਤਾ ਤੋਂ ਭਾਵ ਬੰਤਾ ਤੇ ਕਦਰੂ ਦੇ ਸੱਪ ਪਨਕ ਜਿਹਨਾਂ ਨੂੰ ਕਿਹਾ ਜਾਂਦਾ ਹੈ, ਤੇ ਦਿੱਤ ਦੇ ਦੈਂਤ ਹਿਰਨਕਪਸ਼ ਹਰਨਾਕਸ਼, ਤੇ ਆਦਿੱਤ ਦੇ ਦੇਵਤੇ ਜੋ ਸੂਰਜ ਮਾਤਾ ਦੇ ਕੁੱਖ ਵਿੱਚ ਆਇਆ। ਤੇ ਚੰਦਰਮਾ ਦੇ ਬੁੱਧ ਨਾਮੇ ਪੁੱਤਰ ਤੇ ਸ਼ਰਾਪ ਤੋਂ ਇਹ ਸੜ ਗਿਆ ਸੀ। ਫਿਰ ਵਿਸ਼ਵਕਰਮਾ ਜੀ ਨੇ ਵਿਸ਼ਵਕਰਮੇ ਲੈ ਤੀਖਣ ਸਾਧਨ, ਫਿਰ ਤਸੀ ਕੋ ਕੀਨ ਖਰਾਦਨ, ਉਪਰ ਕੋ ਤਲ ਸ਼ੋਧਨ ਕੀਨੋ, ਨਿਕਸਿਓ ਸੁੰਦਰ ਰੂਪ ਨਵੀਨੋ। ਸੂਰਜ ਕੁਲ ਬੰਸ ਰੰਭ ਹੁੰਦੀ ਹੈ, ਜਿਸ ਵਿੱਚ ਰਘੂ ਅੱਜ ਦਸ਼ਰਥ ਰਾਮਚੰਦਰ ਲਹੂ ਕਸ਼ੂ ਆਦਿਕ ਤੇ ਖਾਲਸਾ ਪੰਥ ਗਾਂਹ ਤੋਂ ਗਾਂਹ ਚੱਲਦਾ ਹੈ।
ਚੰਦਰਬੰਸੀ ਤੇ ਸੂਰਜਬੰਸੀ ਦੋ ਕਲਾਂ ਚੱਲਦੀਆਂ। ਸਗਰਾਂਦ ਦਾ ਸੰਬੰਧ ਹੈ ਸੂਰਜ ਨਾਲ। ਇਸ ਪ੍ਰਕਾਰ 12 ਰਾਸਾਂ ਨੇ ਤੇ 12 ਹੀ ਸੂਰਜ ਮੰਨੇ ਨੇ। ਸੂਰਜ ਇੱਕ ਰਾਸ ਤੋਂ ਦੂਜੀ ਰਾਸ ਵਿੱਚ ਪ੍ਰਵੇਸ਼ ਹੁੰਦਾ ਹੈ। ਉਸ ਘੜੀ ਦਾ ਨਾਂ ਹੈ ਸਕਰਾਂਤ, ਜਿਹਨੂੰ ਅਸੀਂ ਸਗਰਾਂਦ ਕਹਿੰਦੇ ਹਾਂ। ਤਕਰਾਤੀ ਪਾਪ ਤਬਦੀਲੀ ਤਥਾ ਬਦਲ। ਸੋ ਇਸ ਪ੍ਰਕਾਰ ਮਹਾਰਾਜ ਸਾਹਿਬ ਨੇ ਸੂਰਜ ਦੀ ਰੁੱਤ ਅਨੁਸਾਰ 6 ਰੁੱਤਾਂ ਬਣਾਈਆਂ ਨੇ। ਅੱਜ ਤੋਂ ਬਸੰਤ ਰੁੱਤ ਆਰੰਭ ਹੁੰਦੀ ਹੈ। ਜਿਹੜਾ 12 ਮਾਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਰਤਾਰਪੁਰ ਡੇਰੇ ਬਾਬੇ ਨਾਨਕ ਤੋਂ ਪਰਾਂ ਉਚਾਰਿਆ ਹੈ, ਜਣਾਉਣ ਲਈ ਕਹਿਣਾ ਪੈਂਦਾ ਹੈ। 3 ਕਰਤਾਰਪੁਰ ਨੇ, ਇੱਕ ਝੂਠਾ ਹੈ, ਇੱਕ ਜਲੰਧਰ ਦੇ ਨੇੜੇ ਹੈ, ਅਤੇ ਇੱਕ ਪਾਕਿਸਤਾਨ ਵਿੱਚ ਉਸ ਥਾਂ 'ਤੇ ਉਚਾਰਿਆ। ਸੋ ਚੇਤ ਬਸੰਤ ਭਲਾ ਭਵਰ ਸੁਹਾਵੜੇ, ਬਨ ਫੂਲੇ ਮੰਜ ਬਾਰ ਮੈਂ ਫਿਰ ਘਰ ਬਹੁ ਹੋੜੇ, ਫਿਰ ਘਰ ਨਹੀਂ ਆਵੇ ਮਰੀਏ ਹਾਵੇ, ਦਾਮਨ ਚਮਕ ਡਰਾਏ ਇਤ ਆਦਿਕ। ਉਹ 12 ਮਾਹ ਮਹਾਰਾਜ ਸਾਹਿਬ ਨੇ ਉਚਾਰਿਆ ਅੱਜ ਦੇ ਦਿਨ। ਕਰਤਾਰਪੁਰ ਦੀ ਧਰਤੀ 'ਤੇ ਭੁੱਲਣਾ ਨਹੀਂ ਚਾਹੀਦਾ ਇਹ 12 ਮਾਹ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਉਚਾਰਿਆ ਅੱਜ ਦੇ ਦਿਨ। ਮੰਜੀ ਸਾਹਿਬ ਜੋ ਪੁਰਾਤਨ ਸਥਾਨ ਥੋੜ੍ਹਾ ਜਿਹਾ ਬਣਿਆ ਹੈ, ਵੱਡਾ ਹਾਲ ਲਾਗੇ ਉੱਥੇ ਹੋਰ ਬਣਿਆ, ਰੋਜ਼ ਕਥਾ ਕੀਰਤਨ ਹੁੰਦਾ ਹੈ, ਉਸ ਥਾਂ 'ਤੇ ਅੱਜ ਦੇ ਦਿਨ ਉਚਾਰਿਆ ਹੈ। ਇਸ ਪ੍ਰਕਾਰ ਇਹਨੂੰ ਯਾਦ ਰੱਖਣਾ ਚਾਹੀਦਾ। ਭਾਵੇਂ ਥਾਨਕਾ ਲੰਬੇਰੀ ਹੈ, ਸ਼ਬਦ ਵੀ 2 ਬਣ ਜਾਂਦੇ, ਆਰੰਭ ਦਾ ਮੰਗਲਾਚਰਨ ਵਾਲਾ ਅਤੇ ਅੱਜ ਦੇ ਮਹੀਨੇ ਵਾਲਾ। ਇਹਨਾਂ ਦੀ ਵਿਚਾਰ ਕਰਨੀ ਥੋੜ੍ਹੇ ਅੱਖਰਾਂ 'ਚ ਜ਼ਰੂਰੀ ਹੈ, ਕਿਉਂਕਿ ਫਿਰ ਸਾਲ ਬਾਅਦ ਇਸ ਦੀ ਵਾਰੀ ਆਵੇਗੀ। ਇਵੇਂ ਗੁਰਮੁਖ ਹੋ, ਜਿੱਥੇ ਸੂਰਜ ਕੋਲ ਚੱਲੀ ਆ ਉੱਥੇ ਦੈਂਤ ਪੈਦਾ ਹੋਏ। ਉਸ ਦਿੱਤ ਦੇ ਘਰੇ ਹਿਰਨਕਪਸ਼ ਹਰਨਾਕਸ਼, ਹਰਨਾਕਸ਼ ਦਾ ਪੁੱਤਰ ਹੋਇਆ ਪ੍ਰਹਿਲਾਦ, ਪ੍ਰਹਿਲਾਦ ਦਾ ਹੋਇਆ ਹੈ ਬਾਨਾਸੁਰ, ਬਾਨਾਸੁਰ ਦਾ ਹੋਇਆ ਬਲ, ਅਤੇ ਬਲ ਦਾ ਹੋਇਆ ਹੈ। ਸੋ ਇਸ ਪ੍ਰਕਾਰ ਇਹ ਗਾਂਹ ਤੋਂ ਗਾਂਹ ਖੇਣੀ ਇਸ ਪ੍ਰਕਾਰ ਚੱਲਦੀ ਹੈ, ਗਾਂਹ ਤੋਂ ਗਾਂਹ। ਦੈਂਤ ਅਤੇ ਦੇਵਤੇ ਪਿਤਾ ਇੱਕ ਹੀ ਹੈ, ਮਾਵਾਂ ਵੱਖਰੀਆਂ ਵੱਖਰੀਆਂ ਨੇ। ਇਸ ਪ੍ਰਕਾਰ ਗੁਰਮੁਖੋ ਇਹ ਚੱਲਦਾ ਆਇਆ। ਬਰੋਚਣ, ਬਾਨਾਸੁਰ, ਬਲ, ਧਰੂ, ਬਾਲਾਸੁਰ ਅਤੇ ਪ੍ਰਹਿਲਾਦ ਭਗਤ, ਇਸ ਪ੍ਰਕਾਰ ਜਿਨ੍ਹਾਂ ਦੇ ਨਾਂ ਤੋਂ ਇਹ ਹੋਲੀਆਂ ਚੱਲਦੀਆਂ। ਅਤੇ ਚੰਗੀ ਤਰ੍ਹਾਂ ਇਹਨਾਂ ਨੂੰ ਕਈ ਦਿਨ ਕਈਆਂ ਨੇ ਗਾਉਣਾ, ਸੁਣਨਾ ਅਤੇ ਵਿਚਾਰਨਾ। ਇਹਨਾਂ ਦੀ ਉਥਾਨਕਾ ਟੂਕ ਮਾਤਰ ਆਪ ਦੇ ਚਰਨਾਂ 'ਚ ਰੱਖੀ ਹੈ। ਇਵੇਂ ਯਾਦ ਕਰੋ। ਅਤੇ ਲੜੀਵਾਰ ਚੱਲ ਰਿਹਾ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ। ਸਾਹਿਸ ਕ੍ਰਿਤੀ ਸਲੋਕ ਸ਼ਾਇਦ ਆਰੰਭ ਕਰ ਲਏ ਨੇ ਗੁਰਮੁਖਾਂ ਨੇ, ਭਾਈ ਗੁਰਤਾਰ ਸਿੰਘ ਜੀ ਨੇ ਜਾਂ ਕਰਨ ਵਾਲੇ ਹੋਣਗੇ। ਸਾਹਿਸ ਨਾਮ ਹੈ ਹਜ਼ਾਰ ਦਾ, 1000 ਮੁਖ ਵਾਲਾ ਸ਼ੇਸ਼ਨਾਗ। ਉਹਦੀ ਰਸਨਾ ਤੋਂ ਉਚਾਰੀ ਹੋਈ ਬਾਣੀ, ਉਹਦੀ ਬੋਲੀ ਅਨੁਸਾਰ ਇਹ ਬਾਣੀ। ਇਸ ਪ੍ਰਕਾਰ ਇਹਦੇ 'ਤੇ ਕਬਜ਼ਾ ਬ੍ਰਾਹਮਣਾਂ ਦਾ। ਇਹ ਦੇਵਤੇ ਦੀ ਬਾਣੀ ਹੈ, ਹੋਰ ਕੋਈ ਨਹੀਂ ਪੜ੍ਹ ਸਕਦਾ। ਅਤੇ ਮਹਾਰਾਜ ਸਾਹਿਬ ਨੇ ਸਾਹਿਸ ਕ੍ਰਿਤੀ ਹੈ ਗੁਰੂ ਗ੍ਰੰਥ ਸਾਹਿਬ 'ਚ, ਉੱਥੋਂ ਸੰਸਕ੍ਰਿਤੀ ਕੱਢੀ, ਉਸ ਵਿੱਚੋਂ ਫਿਰ ਹਿੰਦੀ ਚੱਲੀ ਹੈ। ਇਸ ਤਰ੍ਹਾਂ ਬੋਲੀਆਂ ਗਾਂਹ ਤੋਂ ਗਾਂਹ ਚੱਲਦੀਆਂ ਨੇ। ਗੁਰਮੁਖਾਂ ਪਾਸੋਂ ਸੁਣ ਕੇ ਆਨੰਦ ਮਾਣੋਗੇ। ਅੱਜ ਦੇ ਮਹੀਨੇ ਵਾਲੇ ਪਾਸੇ ਆਪਾਂ ਧਿਆਨ ਅਤੇ ਆਪਣੀ ਰੁਚੀ ਦੇਈਏ। ਅੱਜ ਦਾ ਦਿਨ ਆਇਆ, ਜਿਵੇਂ ਕਰਤਾਰਪੁਰ ਦੀ ਧਰਤੀ 'ਤੇ ਬਾਬਾ ਬੁੱਢਾ ਜੀ ਸਿੱਖਾਂ ਨੇ ਬੇਨਤੀ ਕੀਤੀ ਸੀ, ਮਹਾਰਾਜ ਸਾਹਿਬ ਇਹ ਬੜਾ ਪੁਰਾਣਾ ਸੂਰਜ ਚੱਲਿਆ ਆਉਂਦਾ, ਉਸ ਤੋਂ ਸੰਗਰਾਂਦ ਚੱਲਦੀ ਹੈ, ਅਤੇ ਪਿਛਲੇ ਭਾਵ ਕਰਮ ਜੀਵਾਂ ਦੇ ਨਾਲ ਰਾਸ਼ੀ ਫਲ ਨਾਲ ਹੀ ਬਦਲਦਾ। ਜਦੋਂ ਸੂਰਜ ਆਪਣੀ ਬਦਲ ਕਰਦਾ ਹੈ, ਕੋਈ ਸਾਨੂੰ ਬਾਣੀ ਉਚਾਰ ਕੇ ਬਖਸ਼ੋ। ਪੰਡਤਾਂ ਕੋਲ ਜਾਣਾ ਪੈਂਦਾ ਹੈ, ਉਹ ਸੰਸਕ੍ਰਿਤ ਵਿੱਚ ਸੁਣਾਉਂਦੇ ਨੇ, ਸਾਨੂੰ ਸਮਝ ਨਹੀਂ ਪੈਂਦੀ, ਅਤੇ ਭੇਟਾ ਉਹਨਾਂ ਨੂੰ ਦੇਣੀ ਪੈਂਦੀ ਹੈ। ਇਸ ਪ੍ਰਕਾਰ ਦੇਣੀ ਵੀ ਚਾਹੀਦੀ ਵੀ ਜਥਾਯੋਗ ਸਮਾਂ ਵਿਚਾਰ ਕੇ। ਉਦੋਂ ਮਹਾਰਾਜ ਸਾਹਿਬ ਨੇ ਉਚਾਰਿਆ ਸੀ, ਅਤੇ ਗੁਰੂ ਅਰਜਨ ਸਾਹਿਬ ਦੇ ਚਰਨਾਂ 'ਚ ਵੀ ਅੱਜ ਦੇ ਦਿਨ ਬਾਬਾ ਬੁੱਢਾ ਜੀ ਦੇ ਹੋਰ ਸ੍ਰੇਸ਼ਟ ਸਿੱਖਾਂ ਨੇ ਇਕੱਠਿਆਂ ਹੋ ਕੇ ਬੇਨਤੀ ਕੀਤੀ, ਕੋਈ ਸੁਖੈਣ ਜੀ ਬਾਣੀ ਬਖਸ਼ੋ ਮਹੀਨੇ ਦਾ ਮਹਾਤਮ ਸੁਣ ਲਈ। ਪਿਛਲਾ ਸਮਾਂ ਸੀ, ਮਾਈਆਂ ਆਂਢ ਗਵਾਂਢ ਗੁਰਦੁਆਰੇ ਜਾਣਾ, ਛੋਟੇ ਹੁੰਦਿਆਂ ਅਤੇ ਆਖਣਾ ਮਹੀਨਾ ਸੁਣਾਓ। ਪਤਾ ਭਾਵੇਂ ਹੁੰਦਾ ਸੀ, ਪੰਕਤੀਆਂ ਸੁਣਾ ਦੇਣੀਆਂ ਅਤੇ ਖੁਸ਼ ਹੋਣਾ ਵੀ ਹੋਰ ਕਿਸੇ ਪਾਸਿਓਂ ਨਹੀਂ ਸੁਣਨਾ, ਗੁਰੂ ਗ੍ਰੰਥ ਸਾਹਿਬ ਤੋਂ ਸੁਣਨਾ, ਗੁਰੂ ਅਰਜਨ ਸਾਹਿਬ ਦੀ ਰਸਨਾ ਤੋਂ ਉਚਾਰਿਆ ਸੁਣਨਾ ਹੈ। ਬੜਾ ਭਾਰੀ ਮਹਾਤਮ ਹੈ। ਭਾਵੇਂ ਗੁਰਮੁਖਾਂ ਨੇ ਅਰਦਾਸ ਵਿੱਚ ਨਾਂ ਲੈ ਦਿੱਤਾ ਹੈ, ਬਾਣੀ ਵਿੱਚੋਂ ਸੁਣਨਾ ਹੋਰ ਜ਼ਿਆਦਾ, ਇਹਦੇ ਅਰਥ ਨੂੰ ਸਮਝਣਾ ਅਤੇ ਕਮਾਉਣਾ ਹੋਰ ਜ਼ਿਆਦਾ ਫਲ ਹੈ। ਸਤਿਗੁਰ ਕਿਰਪਾ ਕਰੇ ਅਤੇ ਸਾਨੂੰ ਇਹ ਸਮਾਂ ਦੇਵੇ। ਉਹ ਸਾਹਿਸ ਕ੍ਰਿਤੀ ਸਲੋਕਾਂ ਦੀ ਬਾਣੀ 'ਚ ਬਹੁਤ ਵੱਡਾ ਗਿਆਨ ਹੈ। ਪੜ੍ਹਨੀ ਉਚਾਰਨੀ ਕੁਝ ਕੁ ਮਹਿੰਗੀ ਹੈ। ਸਤਿਗੁਰ ਕਿਰਪਾ ਕਰਕੇ ਸੇਵਾ ਲੈਂਦੇ ਰਹਿਣ।
ਇਹਦਾ ਸਿਰਲੇਖ ਨਾ ਹੀ ਮਹਾਰਾਜ ਸਾਹਿਬ ਰੱਖ ਦਿੱਤਾ 12 ਹੈ ਮਾਹ ਨਾਮ ਹੈ ਮਹੀਨੇ ਦਾ। 12 ਮਹੀਨੇ ਜਿਸ ਬਾਣੀ ਵਿੱਚ ਆਉਣ। ਮਾਝ ਰਾਗ ਹੈ, ਮਹੱਲਾ ਸਰੂਪ ਹੈ। ਕਿਹੜੇ? ਪੰਜਵੇਂ ਗੁਰੂ ਅਰਜਨ ਸਾਹਿਬ। ਅਤੇ ਕਿਹੜੇ ਘਰ? ਸੁਰਤਾਲ ਵਿੱਚ, ਚੌਥੇ 'ਚ ਰਾਗੀ ਸਿੰਘਾਂ ਦੇ ਗਾਉਣ ਵਾਸਤੇ। ਅਤੇ ਮੰਗਲਾਚਰਨ ਅਕਾਲ ਪੁਰਖ ਨਿਰੰਕਾਰ ਦਾ ਕਿਸੇ ਬੰਦੇ ਦਾ ਨਹੀਂ। ਉਹ ਹੈ ਇੱਕ, ਅਤੇ ਉਹ ਹੈ ਊੜਾ ਅੱਖਰ, ਅਤੇ ਕਾਰ ਹੈ ਇਸ਼ਾਰਾ। 3 ਵਿਦਿਆ ਦੇ ਵਿੱਚ ਲੁਕੀਆਂ। ਵਿਸਤਾਰ ਕਰਦਿਆਂ ਸਮਾਂ ਲੱਗੂ। ਕਹਿੰਦੇ ਉਹ ਨਿਰੰਕਾਰ ਅਕਾਲ ਪੁਰਖ ਸਤਿਨਾਸ ਤੋਂ ਰਹਿਤ ਹੈ, ਗੁਰ ਸਭ ਤੋਂ ਵੱਡਾ ਹੈ। ਫਿਰ ਏਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਏ, ਦੂਜਾ ਕਾਹੇ ਸਿਮਰੀਏ ਜੋ ਜੰਮੇ ਤੇ ਮਰ ਜਾਏ। ਗੁਰ ਨਾਮੇ ਵੱਡੇ ਦਾ, ਗੋ ਨਾਮੇ ਹਨੇਰੇ ਦਾ, ਰੂ ਨਾਮੇ ਪ੍ਰਕਾਸ਼ ਦਾ, ਸਭ ਤੋਂ ਵੱਡਾ ਅਕਾਲ ਨਿਰੰਕਾਰ ਸਤ ਸਿਰ ਰਹਿਣ ਵਾਲਾ। ਕੋਈ ਦੁਨੀਆ ਦੇ ਵਸਤੂ ਸੱਤ ਨਹੀਂ, ਝੂਠ ਬੋਲਣਾ ਹੈ। ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਮੰਗੋ ਨਾਮ ਗੋਬਿੰਦ ਸੰਤ ਰੇਨਾ। ਪ੍ਰਸਾਦ ਨਾਮ ਹੈ ਕਿਰਪਾ ਦਾ, ਬੜੀ ਵੱਡੀ ਕਿਰਪਾ ਕੀਤੀ। ਸਾਡੇ ਸਾਰੇ ਦੇ ਦੁੱਖ ਵਿਕਾਰ ਔਗਣ ਵੇਖਦਿਆਂ ਵੀ ਹਾਰ ਦੇਈ ਜਾਂਦਾ ਹੈ। ਨਰ ਨਰਾਇਣੀ ਦੇਹ ਸਾਨੂੰ ਬਖਸ਼ੀ ਹੈ। ਜਿਨ ਕੰਨ ਕੀਤੇ ਅੱਖੀਂ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਕਿ ਨਹੀਂ ਪਾਏ। ਵਾਜੇ ਪਵਨ ਆਖੇ ਸਭ ਜਾਏ, ਕਿਤਨੇ ਪਦਾਰਥ ਦਿੱਤੇ ਛਕਣ ਵਾਸਤੇ। ਇਸ ਪ੍ਰਕਾਰ ਹੋਰ ਬੜੀਆਂ ਵਸਤੂਆਂ ਦੇ ਰਿਹਾ ਹੈ। ਪ੍ਰਸਾਦ ਕਿਰਪਾ ਕਰ ਰਿਹਾ ਹੈ। ਆਪ ਜੀ ਕਹਿੰਦੇ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲੋ ਰਾਮ। ਅਸੀਂ ਸਾਰੇ ਉਸ ਕਰਤੇ ਪੁਰਖ ਦੀ ਔਲਾਦ ਹਾਂ, ਉਹਨੇ ਪੈਦਾ ਕੀਤਾ ਹੈ। ਸੋ ਕਿਰਤ ਕਰਮ ਕੇ ਵਿਛੜੇ, ਮਾੜੀ ਕਿਰਤ ਮਾੜੇ ਕਰਮਾਂ ਅਨੁਸਾਰ ਸਾਡਾ ਵਿਛੋੜਾ ਪੈ ਗਿਆ ਹੈ, ਅਤੇ ਵਿਛੋੜਾ ਹੋਰ ਵਧੀ ਜਾਂਦਾ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਭਾਗਾਂ ਵਾਲੀਆਂ ਆਤਮਾ ਬਾਣੀ ਸਿਮਰਨ ਜੁਨ ਵਾਲਿਆਂ ਦੀ ਨੇੜਤਾ ਵਧੀ ਜਾਂਦੀ ਹੈ ਦਿਨ ਬਦਿਨ। ਹੌਲੀ ਹੌਲੀ ਉਸ ਵਿੱਚ ਭੇਦ ਹੋ ਜਾਣਗੇ, ਜੰਮਣ ਮਰਨ ਤੋਂ ਰਹਿਤ ਹੋ ਜਾਣਗੇ, ਮੁਕਤ ਹੋ ਜਾਣਗੇ। ਅਤੇ ਖੁੱਲ੍ਹੇ ਮਨ ਨੂੰ ਛੱਡਣ ਵਾਲੇ, ਮਨਾਹੀਆਂ ਕਰਨ ਵਾਲਿਆਂ ਦੀ ਦੂਰੀ ਵਧੀ ਜਾਂਦੀ ਹੈ। ਕਿੰਨੀ ਕੁ ਵੱਧ ਜਾਊ? 84 ਲੱਖ ਵਾਰੀ ਜੰਮਣਾ ਅਤੇ ਮਰਨਾ, ਇਹਨਾਂ ਚੱਕਰਾਂ 'ਚ ਪਿਆਰ ਉਹ ਜੀਵ। ਚੰਗੇ ਕਰਮ ਕਰੀਏ ਹਰ ਰੋਜ਼, ਉਹ ਕਿਰੇ ਮਾਨ। ਫਿਰ ਉਹ ਸੰਚਿਤ ਹੋਣਗੇ, ਫਿਰ ਉਹਨਾਂ ਤੋਂ ਪਰਾਲਬਧ ਬਣੂਗੀ। ਫਿਰ ਉਹ ਸਾਨੂੰ ਭੋਗਣੀ ਪੈਣੀ ਹੈ। ਭੋਗੇ ਬਿਨਾਂ ਭਾਗੇ ਨਹੀਂ, ਕਰਮ ਗਤੀ ਬਲਵਾਨ। ਮਤ ਕੋਈ ਜਾਣੇ ਜਾਏ ਅੱਗੇ ਪਾਏ ਸੀ, ਜਿਹੇ ਕਰਮ ਕਮਾਏ ਤਿਹਾ ਹੋਏ ਸੀ। ਕਰਮਾਂ ਦੇ ਮੁਤਲਕ ਬਹੁਤ ਕੁਛ ਹੋਰ ਵੀ ਲਿਖਿਆ ਹੈ। 4 ਕੁੰਟਾ ਦਿਸ ਭ੍ਰਮੇ, ਥਕ ਆਏ ਪ੍ਰਭ ਕੀ ਸ਼ਾਮ। 4 ਕੁੰਟਾ ਉੱਤਰ ਦੱਖਣ ਪੂਰਬ ਪੱਛਮ, ਅਤੇ 4 ਇਹਨਾਂ ਦੀਆਂ ਵਿੱਚ ਹੋਰ ਕੁੰਟਾਂ ਨੇ ਜਿਹੜੀਆਂ ਇਹਨਾਂ ਚੌਹਾਂ ਦੇ ਵਿੱਚ। ਸੋ ਇਹ 8 ਹੋ ਗਈਆਂ। ਧਰਤੀ 'ਤੇ ਆਕਾਸ਼ 10 ਹੋ ਗਏ। 4 ਕੁੰਟ 10 ਦਿਸ, 10 ਦਿਸ਼ਾ ਜਿਹੜੀਆਂ ਨੇ। ਅਤੇ ਭਰਮ ਵਿੱਚ ਪਿਆ ਹੋਇਆਂ ਦੇ, ਭੁਲੇਖਿਆਂ 'ਚ ਪਿਆ ਹੋਇਆਂ ਦੇ ਥੱਕ ਚੁੱਕੇ ਹੈ ਜੰਮ ਕੇ ਅਤੇ ਮਰ ਕੇ। ਸੋ ਥੱਕ ਆਏ ਪ੍ਰਭ ਕੀ ਸ਼ਾਮ, ਪ੍ਰਭੂ ਤੇਰੀ ਸ਼ਾਮ ਸ਼ਰਨ ਵਿੱਚ ਆਏ ਹਾਂ। ਤੇਰੇ ਤੋਂ ਬਿਨਾਂ ਇਹ ਜੰਮਣ ਮਰਨਾ ਕੋਈ ਦੁਨੀਆ ਦਾ ਕੱਟ ਹੀ ਨਹੀਂ ਸਕਦਾ। ਜਿਹੜੇ ਆਪ ਜੰਮਣ ਮਰਨ ਵਿੱਚ ਪਏ ਨੇ, ਜੋ ਡੁੱਬੰਦੋ ਆਪ ਸੋ ਤਰਾਏ ਕਿਨ ਖੇ। ਜਿਹੜੇ ਆਪ ਡੁੱਬੇ ਦੂਜੇ ਨੂੰ ਕਿਵੇਂ ਤਾਰ ਦੇਣਗੇ? ਕਦੇ ਵੀ ਨਹੀਂ। ਇਹ ਭੁਲੇਖਾ ਸਾਨੂੰ ਦੂਰ ਕਰਨਾ ਚਾਹੀਦਾ ਹੈ। ਆਪ ਅਕਾਲ ਦੀ ਜੋਤ, ਅਕਾਲ ਨੂੰ ਜਪਿਆ ਤਾਂ ਸਾਨੂੰ ਅਕਾਲ ਦੇ ਨਿਰੰਕਾਰ ਦੇ ਲੜ ਲਾਇਆ ਹੈ। ਉਸ ਦਿਨ ਮੁਕਤੀ ਨਹੀਂ, ਸ਼ਾਂਤੀ ਨਹੀਂ ਪ੍ਰਾਪਤ ਹੋਣੀ। ਅਕਾਲ ਨਿਰੰਕਾਰ ਦੀ ਚਰਨੀ ਲੱਗੋ ਅਤੇ ਵਾਹਿਗੁਰੂ ਮੂਲ ਮੰਤਰ ਜਪੋ। ਅਕਾਲ ਪੁਰਖ ਦੀ ਦੇਣ ਹੈ। ਸ਼ਾਮ ਸ਼ਰਨ ਵਿੱਚ ਪੈਣਾ। ਸਭ ਮਨ ਦਾ ਭਾਵ ਜਿਹੜਾ ਪਥੂਰ ਹੈ, ਮੈਂ ਪੜ੍ਹਿਆ, ਮੈਂ ਅਫਸਰ, ਮੈਂ ਵੱਡਾ, ਮੈਂ ਗਿਆਨੀ। ਇਸ ਪ੍ਰਕਾਰ ਇਹ ਸਾਰੀਆਂ ਮੱਤਾਂ ਮਨ 'ਚੋਂ ਕੱਢ ਦੇਣੀਆਂ ਚਾਹੀਦੀਆਂ ਹੈ। ਧੇਨ ਦੁਧੈ ਤੇ ਬਾਹਰੀ, ਕਿਤੇ ਨਾ ਆਵੇ ਕਾਮ। ਹਜ਼ੂਰ ਕਹਿੰਦੇ ਧੇਨ ਗਊ ਜਿਹੜੀ ਦੁੱਧ ਨਹੀਂ ਦਿੰਦੀ, ਫੰਡਰ ਹੁੰਦੀ ਹੈ, ਉਸ ਨੂੰ ਵਾਰਾ ਛੱਡ ਦਿੰਦੇ ਹੈ। ਉਹ ਕਿਸੇ ਕੰਮ ਵੀ ਨਹੀਂ ਆਉਂਦੀ, ਨਾ ਹਲ ਜੋਣ ਦੇ, ਨਾ ਕਿਸੇ ਹੋਰ ਕੰਮ ਆਉਂਦੀ ਹੈ। ਹੁਣ ਭਾਵੇਂ ਬੁੱਚੜ ਲੋਕ ਜਾਂ ਹੋਰ ਲੋਕ ਕਈ ਵੱਢੀ ਮਾਰੀ ਜਾਂਦੇ ਹੈ। ਚੰਗਾ ਸ੍ਰੇਸ਼ਟ ਬੁੱਧੀ ਵਾਲਾ ਇਹ ਜਾਨਵਰ ਹੈ ਗਊ। ਇਸ ਪ੍ਰਕਾਰ ਇਹਦੇ ਬੱਚੇ ਵੀ ਬਲਦ। ਇਤ ਆਦਿ ਕੇ ਸੰਸਾਰ 'ਚ ਨਾ ਜਾਈਏ। ਸਾਡੀ ਇਹ ਬੁੱਧੀ ਰੂਪੀ ਗਊ ਨਿਸ਼ਕਾਮ ਕਰਮਾਂ ਰੂਪੀ ਦੁੱਧ ਤੋਂ ਬਿਨਾਂ ਕਿਸੇ ਕੰਮ ਨਹੀਂ। ਸੋ ਕਰਮ ਕਰਦੇ ਹਾਂ, ਇਹਦੇ ਨਾਲ ਮੰਗ ਰੱਖ ਲੈਂਦੇ ਵੱਡੀ ਸਾਰੀ ਪਹਿਲੋਂ। ਸਗੋਂ ਸੇਵਾ ਥੋੜ੍ਹੀ, ਮੰਗਣ ਬਹੁਤਾ, ਮਹਿਲ ਨਾ ਪਾਵੋ ਕਹਿ ਤੋਂ ਬਹੁਤਾ। ਸਿਆਣੇ ਕਹਿੰਦੇ ਗੰਢੇ ਕੁ ਜਿੰਨੀ ਵਸਤੂ ਦੇਣੀ ਹੈ ਅਤੇ ਸੰਡੇ ਜਿੰਨੀ ਮੰਗ ਨਾਲ ਹੀ ਲੈ ਆਉਣੀ ਹੈ।
ਢੇਲੀ ਕਿ ਜਿੰਨੀ ਵਸਤੂ ਗੁਰੂ ਚਰਨਾਂ 'ਚ ਰੱਖਣੀ ਹੈ, ਤੇ ਵੇਲੀ ਜਿੰਨੀ ਮੰਗ ਨਾਲ ਲੈ ਕੇ ਆਉਣਾ ਹੈ। ਕਿਸ ਤਰ੍ਹਾਂ ਪ੍ਰਾਪਤੀ ਹੋ ਜੂਗੀ? ਇਹ ਕੋਈ ਸਾਡੇ ਨਾਲ ਹੋ ਰਿਹਾ ਹੈ। ਉਹ ਧੇਨ ਗਊ ਕਿਸੇ ਕੰਮ ਨਹੀਂ, ਸਾਡਾ ਸਰੀਰ ਬੁੱਧੀ ਕਿਸੇ ਕੰਮ ਨਹੀਂ। ਜੇ 4 ਸਵੇਰੇ ਫੋਨ ਹੀ ਖੜਕਾਈ ਜਾਣੇ ਹੈ, ਚਿੱਤ ਬਣੀਆਂ ਮਾੜੀਆਂ ਚਿੱਤ ਵੀ ਜਾਣੀਆਂ, ਕਿਸੇ ਕੰਮ ਨਹੀਂ ਆਉਣਾ। ਸਾਰਾ ਸਮਾਂ ਵਿਅਰਥ ਸਾਡਾ ਲੰਘ ਰਿਹਾ ਹੈ। ਸੋ ਜਲ ਵਿਨ ਕਾ ਸਾਖ ਮਿਲਾਵਤੀ ਉਪਜੇ ਨਾਹੀ ਦਾਮ ਜਲ। ਬਾਰਿਸ਼ ਤੋਂ ਬਿਨਾਂ, ਪਾਣੀ ਤੋਂ ਬਿਨਾਂ ਸੋ ਜਿਹੜੀ ਸਾਖ ਪਹਿਣੀ ਆ ਖੇਤੀ ਹੈ, ਕੁਮਲਾ ਜਾਂਦੀ ਹੈ। ਤੇ ਕਮਲਾਈ ਹੋਈ ਖੇਤੀ ਨਾ ਸੁੱਕੀ ਹੋਈ ਪਸ਼ੂਆਂ ਦੇ ਕੰਮ ਆਉਂਦੀ ਹੈ, ਨਾ ਵੇਖਦੀ ਹੈ। ਦਾਮ ਪੈਸੇ ਝਾੜ ਵੀ ਕੋਈ ਉਹਨੂੰ ਪ੍ਰਾਪਤ ਨਹੀਂ ਉਸ ਤੋਂ ਹੁੰਦਾ। ਇਸ ਪ੍ਰਕਾਰ ਗੁਰਮੁਖੋ ਸਭ ਗੁਣਾ ਰੂਪੀ ਸਾਡੀ ਖੇਤੀ ਸੁੱਕਦੀ ਜਾ ਰਹੀ ਹੈ। ਆ ਜਲ ਹੀ ਗੁਰਬਾਣੀ ਦਾ, ਪਰਮੇਸ਼ਰ ਦੇ ਨਾਮ ਦਾ, ਕਥਾ ਕੀਰਤਨ ਦਾ ਸੋ ਸੁੱਕੇ ਹੋਏ ਮਨ ਨੂੰ ਹਰ ਸਬਜ਼ ਕਰਨ ਵਾਸਤੇ ਹੈ। ਬਾਣੀ 'ਚ ਪੰਗਤੀਆਂ, ਤੱਤੀ ਤੋਏ ਨਾ ਤਲਵੈ ਪਲਵੈ, ਜੇ ਜਲ ਟੁੱਬੀ ਦੇ ਜੋ ਡਹਾਗਣ ਰੱਬ ਦੀ, ਝੂਰੇਂਦੀ ਝੂਰੇ। ਜਿਹੜੀ ਤੇ ਭਾਈ ਥੋੜ੍ਹੀ ਕਮਲਾਈ ਹੈ, ਸੁੱਕ ਰਹੀ ਹੈ, ਤੇ ਪਾਣੀ ਮਿਲ ਜੇ ਹਰੀ ਹੋ ਜਾਂਦੀ ਹੈ। ਤੇ ਜਿਹੜੀ ਪਾਣੀ 'ਚ ਹੀ ਮਾਰੀ ਜਾਵੇ ਉਹਦਾ ਕੋਈ ਇਲਾਜ ਨਹੀਂ। ਅਸੀਂ ਪਾਣੀ ਦੇ ਮਾਰੇ ਬਹੁਤ ਗਿਣਤੀ ਦੁਨੀਆ 'ਤੇ ਹਾਲਾਤ ਸਾਡੀ ਬਣੀ ਹੋਈ ਹੈ। ਪਾਠੀਆਂ ਨੂੰ, ਗਿਆਨੀਆਂ ਨੂੰ ਸਮਝਾਉਣਾ ਬੜਾ ਔਖਾ ਹੈ। ਇਸ ਪ੍ਰਕਾਰ ਜਿਹੜੇ ਦੁਨਿਆਵੀ ਚੁੰਚ ਗਿਆਨੀ ਹੈ ਮੇਰੇ ਵਰਗੇ, ਹੋਰ ਆਮ ਕਈ ਇਹੋ ਜਿਹੇ ਨੇ, ਇੱਕ ਵਾਰੀ ਕੰਨੀ ਆਵਾਜ਼ ਪੈ ਜਾਵੇ ਜ਼ਿੰਦਗੀ 'ਚ ਮੋੜ ਲੈ ਆਉਂਦੇ ਨੇ। ਜਲ ਬਿਨ ਸਾਖ ਟਹਿਣੀਆਂ, ਸਭ ਗੁਣਾ ਰੂਪੀ ਸਾਡੀਆਂ ਇੰਦਰੀਆਂ ਕਮਲਾਈ ਜਾਂਦੀਆਂ ਨੇ। ਉਪਜੇ ਪੈਸੇ ਦਾਮ, ਸਭ ਗੁਣਾ ਰੂਪੀ ਸਰੂਪ ਦੀ ਪ੍ਰਾਪਤੀ ਰੂਪੀ ਨਹੀਂ ਬੁੱਧੀ ਰੂਪੀ ਪੱਲੇ ਪੈਣੇ। ਹਰ ਨਾਹਾ ਨ ਮਿਲੀਏ ਸਾਜਨੈ, ਕਤ ਪਾਈਏ ਬਿਸਰਾਮ। ਹਰੀ ਹਰਿਆ ਕਰਨ ਵਾਲਾ ਕਾਲ ਪੁਰਖ ਹਾਹਾ ਅਖਰ ਹੈ ਵਾਹਿਗੁਰੂ ਮੰਤਰ ਦਾ। ਜਿੱਥੇ ਹਰ ਹਰ ਆਵੇ ਅਰਥ ਵਾਹਿਗੁਰੂ, ਵਾਸਦੇਵ ਆਵੇ ਅੱਖਰ ਹਰ ਅਰਥ ਵਾਹਿਗੁਰੂ, ਗੋਬਿੰਦ ਆਵੇ ਰਾਮ ਆਵੇ ਅਰਥ ਇਹਦਾ ਵਾਹਿਗੁਰੂ। ਇਸ ਪ੍ਰਕਾਰ ਸਾਰਾ ਗੁਰੂ ਗ੍ਰੰਥ ਸਾਹਿਬ ਵਾਹਿਗੁਰੂ ਮੰਤਰ ਨਾਲ ਭਰਿਆ ਪਿਆ ਹੈ। ਤੁਹਾਨੂੰ ਤਬਲਾ ਲਾਉਣ ਵਾਲੇ ਕਹਿਣਗੇ ਗੁਰੂ ਗ੍ਰੰਥ ਸਾਹਿਬ 'ਚ ਵਾਹਿਗੁਰੂ ਲਿਖਿਆ ਹੀ ਨਹੀਂ। ਲਿਖਿਆ ਕਿਉਂ ਨਹੀਂ? ਤੁਹਾਨੂੰ ਪਤਾ ਨਹੀਂ। ਸੋ ਹਰ ਨਾਹਾ ਨਾਮ ਹੈ ਪਤੀ ਦਾ, ਨਾਹੋ ਨਾਮ ਹੈ ਪਰਮੇਸ਼ਰ ਕਾਲ ਪੁਰਖ ਦਾ ਨਾਮ ਮਿਲੀਏ। ਜੇ ਮਨੁੱਖ ਜਨਮ 'ਚ ਨਹੀਂ ਮਿਲਣਾ, ਫਿਰ 4 ਪਾਵ ਦੋਏ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ। ਫਿਰ ਮਿਲ ਜਾਊ। ਫਿਰ ਤੇ ਊਠ ਤੇ ਬੈਠ ਤੇ ਠੇਂਗਾ ਪਰ ਹੈ। ਸੋਟੇ ਦੀ ਪ੍ਰਾਪਤੀ ਹੋਵੇਗੀ, ਉੱਠਦਿਆਂ ਠਾਉਂਦਿਆਂ ਬਹਿੰਦਿਆਂ ਤੋੜਦਿਆਂ। ਤਬ ਕਤ ਮੂੰਡ ਲਕਈ ਹੈ, ਕਿੱਥੇ ਸਿਰ ਲਗਾ ਲਵੇਂਗਾ। ਹਰ ਨਾਹਨ ਮਿਲੀਏ ਸਾਜਨੈ, ਕਤ ਪਾਈਏ ਵਿਸਰਾਮ। ਵਿਸਰਾਮ ਟਿਕਾ ਨਹੀਂ ਕਰਨਾ ਚਾਹੀਦਾ। ਸਾਰੀ ਸ੍ਰਿਸ਼ਟੀ ਜੂਨਾਂ ਵਿੱਚ ਹੈ। ਆ ਨਦੀਆਂ ਵੀ ਜੂਨ ਵਿੱਚ ਹੈ। ਬੁਖਾਰੋ ਬਣ ਕੇ, ਭਾਵ ਬਣ ਕੇ ਪਾਣੀ ਉੱਡਦਾ ਸਮੁੰਦਰਾਂ 'ਚੋਂ, ਬੱਦਲ ਬਣ ਕੇ ਬੂੰਦਾਂ ਰੂਪੀ ਹੋ ਕੇ ਵਰਦਾ ਹੈ। ਕਈ ਤਾਂ ਉੱਥੇ ਖਤਮ ਹੋ ਜਾਂਦੀਆਂ ਅਤੇ ਕਈ ਇਕੱਠੀਆਂ ਹੋ ਕੇ ਤੁਰ ਪੈਂਦੀਆਂ। ਛੋਟੇ ਛੋਟੇ ਵਾੜੇ ਬਣ ਜਾਂਦੇ ਆ, ਫਿਰ ਨਾਲੇ ਬਣ ਜਾਂਦੇ ਆ। ਉਪਰੰਤ ਵੱਡੇ ਭਾਵ ਇਹ ਛੋਟੇ ਛੋਟੇ ਦਰਿਆ ਬਣ ਜਾਂਦੇ ਆ। 999 ਨਦੀ ਗਿਣਤੀ ਵਿੱਚ ਹੈ, ਸਮੁੰਦਰ 'ਚ ਪੈ ਰਹੀ ਹੈ। ਫਿਰ ਉਹ ਦਿਨੇ ਰਾਤ ਤੁਰੀ ਰਹਿੰਦੀ ਹੈ, ਟਿਕਦੀ ਨਹੀਂ। ਕਿਸੇ ਪੁੱਛਿਆ ਤੂੰ ਕਿੱਥੇ ਜਾਣਾ? ਕਹਿੰਦੀ ਜੇ ਇਸ ਤੋਂ ਵਿਛੜੀ ਹੈ ਉਹਦੇ ਵਿੱਚ ਭੇਦ ਹੋਣਾ ਹੈ, ਫਿਰ ਸ਼ਾਂਤੀ ਮਿਲੂ। ਉਹਨਾਂ ਚਿਰ ਨਹੀਂ। ਤਾਂ ਸਾਨੂੰ ਵੀ ਚਾਹੀਦਾ ਹੈ ਕੇਸੋ ਕੇਸੋ ਕੂਕੀਏ ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਣੇ ਪੁਕਾਰ। ਅਤੇ ਜੇ ਇੱਕ ਵਾਰੀ ਵੀ ਨਹੀਂ ਕਹਿਣਾ, ਸੁਣਨਾ ਵੀ ਨਹੀਂ। ਸੋ ਕੂੜ ਕਪਟ ਹੰਕਾਰ ਰੀਝਾਨਾ, ਨਾਮ ਸੁਣਤ ਜਨ ਬਿਸ਼ੂ ਨਿਸ਼ਾਨਾ। ਕਥਾ ਕੀ ਨਾਮ ਪੜ੍ਹਦਿਆਂ ਸੁਣਦੇ ਬਿਸ਼ੂਆ ਡੰਗ ਮਾਰਦਾ ਹੈ। ਇਹੋ ਜਿਹੀ ਹਾਲਾਤ ਸਾਡੀ ਬਣੀ ਹੈ। ਟਿਕਾ ਕਿਵੇਂ ਹੋਵੇਗਾ? ਵਿਸਰਾਮ ਟਿਕਾ ਕਿਵੇਂ ਪਾਵਾਂਗੇ? ਜਿਤ ਘਰ ਹਰ ਕੰਤ ਨਾ ਪ੍ਰਗਟਈ, ਭਟ ਨਗਰ ਸੇ ਗਰਾਮ। ਜਿਸ ਘਰ ਵਿੱਚ ਹਰੀ ਕੰਤ ਪਤੀ ਮਾਲਕ ਪਰਮੇਸ਼ਰ ਪ੍ਰਗਟ ਸਾਖਿਆਤ ਨਹੀਂ ਹੋਇਆ, ਉਹ ਭੱਠੀ ਦੀ ਨਿਆਈ ਹੈ। ਭੱਠੀ ਜਿਵੇਂ ਤਪਦੀ ਹੈ, ਭੱਠੇ ਤਪਦੇ ਨੇ। ਨਗਰ ਵੱਡੇ ਅਤੇ ਗ੍ਰਾਮ ਛੋਟੇ। ਵੱਡੇ ਸਰੀਰ ਕਹਾਉਣ ਵਾਲੇ, ਛੋਟੇ ਕਹਾਉਣ ਵਾਲੇ। ਹਰ ਕੇ ਨਾਮ ਬਿਨਾ ਦੁਖ ਪਾਵੈ, ਭਗਤ ਬਿਨਾ ਸਹਿਸਾ ਨਹੀਂ ਚੂਕੈ, ਗੁਰ ਜਿਹੇ ਭੇਦ ਬਤਾਵੈ। ਵੱਧ ਤੋਂ ਵੱਧ ਗੁਰਮੁਖ ਲਾਹਾ ਲੈ ਲਓ। ਕਿੱਥੇ ਹਰ ਹਰ ਜਪ ਕੇ ਪ੍ਰਾਪਤੀ ਕਰ ਲਈ, ਰਾਮ ਰਾਮ ਜਪ ਕੇ ਪ੍ਰਾਪਤੀ ਕਰ ਲਈ। ਜੇ ਅਸੀਂ ਇੱਕ ਵਾਰੀ ਵਾਹਿਗੁਰੂ ਕਹਾਂਗੇ ਤਾਂ 4 ਮੰਤਰ ਇੱਕੇ ਵਾਰੀ ਜਪੇ ਜਾਣੇ। ਬੜੀ ਕਿਰਪਾ ਕੀਤੀ, ਬੜੀ ਬਖਸ਼ ਕੀਤੀ। ਥੋੜ੍ਹੇ ਸਮੇਂ 'ਚ ਬਹੁਤੀ ਪ੍ਰਾਪਤੀ। 100 ਸਾਲ ਦੀ ਵੀ ਆਜੂ ਨਹੀਂ ਭੋਗਦੇ ਅਤੇ ਲੱਖ ਲੱਖ ਵਰੇ ਜਿੰਨੀ ਪ੍ਰਾਪਤੀ ਭਾਗਾਂ ਵਾਲਿਆਂ ਨੇ ਕੀਤੀ ਹੈ। ਇਸ ਪ੍ਰਕਾਰ ਸਰਬ ਸਿਗਾਰ ਤੰਬੋਧ ਰਸ, ਸਣਦੇਹੀ ਸਭ ਖਾਮ। ਸਰਬ ਹਰ ਪ੍ਰਕਾਰ ਦੇ ਸ਼ਿੰਗਾਰ,
ਪੈਰਾਂ ਦੇ ਨੌਹਾਂ ਤੋਂ ਸਿਰ ਤੱਕ ਬੀਬੀਆਂ ਦਾ ਸੁਭਾਅ ਹੁੰਦਾ ਹੈ। 16 ਕੀਏ ਸ਼ਿੰਗਾਰ ਕੀ ਅੰਜਨ ਪਾਜਿਆ, ਜੇਕਰ ਆਵੇ ਕੰਤਾ ਸਭ ਕੁਛ ਪਾਈਏ। ਹਰ ਹਾਂ ਕੰਤੇ ਬਾਜ ਸ਼ਿੰਗਾਰ ਸਬਿਰਥਾ ਜਾਈਏ। ਸਰੀਰਕ ਲਿਬਾਸ ਨੂੰ ਸ਼ਿੰਗਾਰ ਕਹਿੰਦੇ ਹੈ। ਤੰਬੋਲ ਪਾਨਾਂ ਦੇ ਬੀੜੇ ਤੇ ਹੋਰ ਰਸ ਆਦਿ ਖਾਣੇ। ਸਣ ਦੇਹੀ ਸਰੀਰ ਸਮੇਤ ਖਾਮ, ਕੱਚੇ ਨਿਕੰਮੇ ਕਿਸੇ ਕੰਮ ਤੇਰੇ ਨਹੀਂ। ਕਾਮਣ ਤੋ ਸ਼ਿੰਗਾਰ ਕਰ ਜਾਂ ਪਹਿਲਾਂ ਕੰਤ ਮਨਾਏ। ਮਤ ਸੇਜੇ ਕੰਤ ਨ ਆਵੀ, ਐਵੇਂ ਬਿਰਥਾ ਜਾਏ। ਬੜੇ ਦੁਨੀਆ ਦੇ ਸ਼ਿੰਗਾਰ, ਵੱਡੇ ਵੱਡੇ ਚੋਲੇ ਪਾ ਕੇ, ਕਮਰ ਕੱਸੇ ਲਾ ਕੇ, ਮਾਲਾ ਗਲ 'ਚ ਪਾ ਕੇ, ਚੱਕਰ ਲਾ ਕੇ, ਬਿੰਦੀਆਂ ਲਾ ਕੇ, ਚੰਦ ਲਾ ਕੇ ਬੜਾ ਸ਼ਿੰਗਾਰ ਕਰਦੇ ਨੇ। ਪਰ ਜਿਵੇਂ ਬਾਹਰ ਸ਼ਿੰਗਾਰ ਹੈ, ਇਵੇਂ ਅੰਦਰ ਵੀ ਹੋਣਾ ਚਾਹੀਦਾ ਹੈ। ਜਨ ਮਨ ਹੋਰ ਮੁਖ ਹੋਰ, ਸੇ ਕਾਂਢੇ ਕੱਚਿਆ ਨਹੀਂ ਪ੍ਰਾਪਤੀ ਹੋਣੀ। ਇਸ ਪ੍ਰਕਾਰ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਉਹਨਾਂ ਨੂੰ ਪ੍ਰਾਪਤੀ ਹੁੰਦੀ ਆਈ ਹੈ। ਜਿਨ ਪਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ। ਤਿੰਨਿਓ ਲੱਗਾ ਰੱਬ ਸੇਤੀ, ਦੇਖਣੇ ਵਿਚਾਰ। ਪ੍ਰਭ ਸੁਆਮੀ ਕੰਤ ਵਿਹੂਣੀਆਂ, ਮੀਤ ਸੱਜਣ ਸਭ ਜਾਮ। ਜਿੰਨੇ ਮਰਜੀ ਮਿੱਤਰ ਬਣਾ ਲਓ, ਸੱਜਣ ਬਣਾ ਲਓ। ਜਮ ਰੂਪ ਚੰਗੇ ਪਾਸਿਓਂ ਟੋਕਦੇ ਨੇ, ਸਗੋਂ ਰੋਕਦੇ ਨੇ। ਕਹਿੰਦੇ ਆਹ ਜਗ ਮਿੱਠਾ, ਅਗਲਾ ਕਹਿੰਦੇ ਠਾ, ਇਸ ਪਾਸੇ ਲੱਗੋ। ਉਹ ਸੁਆਮੀ ਜਮ ਰੂਪ ਨੇ। ਸੋ ਪ੍ਰਭੂ ਸੁਆਮੀ ਮਾਲਕ ਕੰਤ ਪਤੀ ਤੋਂ ਵਿਹੂਣੀਆਂ, ਬਿਨਾ ਮੀਤ ਸੱਜਣ ਸਭ ਜਮ ਰੂਪ ਨੇ। ਨਾਨਕ ਕੱਚੜਿਆਂ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆ। ਉਹ ਜੀਵਨ ਦੇ ਵਿਛੜੇ, ਉਹ ਮੋਇਆ ਨਾ ਜਾਹੀ ਛੋੜ। ਨਾਨਕ ਕੀ ਬੇਨੰਤੀਆ, ਕਰ ਕਿਰਪਾ ਦੀਜੇ ਨਾਮ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਇਸ ਤਰ੍ਹਾਂ ਬੇਨਤੀ ਕਰੋ, ਇਸ ਤਰ੍ਹਾਂ ਅਰਦਾਸ ਕਰੋ, ਇਹ ਮੰਗੋ ਕਿਰਪਾ ਕਰਕੇ ਮਹਾਰਾਜ ਸਾਹਿਬ ਨਾਮ ਦੀ ਦਾਤ ਬਖਸ਼ੋ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ। ਦੇਹ ਨਾਮ ਸੰਤੋਖੀ, ਅਵਤਰੇ ਮਨ ਕੀ ਭੁੱਖ। ਆਦਿਕ ਕਿਰਪਾ ਨਾਮ ਦੀ ਦਾਤ ਮੰਗੋ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ। ਮੈਂ ਕਿਆ ਮੰਗੋ ਕਿਛ ਥਿਰ ਨ ਰਹਾਈ, ਹਰ ਦੀਜੇ ਨਾਮ ਪਿਆਰੀ ਜੀਓ। ਮੈਂ ਸਭ ਕੁਛ ਛੋੜ, ਪ੍ਰਭ ਤੂੰ ਹੀ ਧਿਆਇਆ। ਹਰ ਮੇਲੋ ਸੁਆਮੀ ਸੰਗ ਪ੍ਰਭ, ਜਿਸ ਕਾ ਨਿਹਚਲ ਧਾਮ। ਧਾਮ ਘਰ ਨਿਹਚਲ ਚੱਲ, ਉਹ ਤਾਂ ਸੱਚਖੰਡ ਹੀ ਹੋ ਸਕਦਾ ਹੈ, ਬਾਕੀ ਸਭ ਧਾਮ। ਧਰਤੀ ਕਈ ਵਾਰੀ ਵਸੀ, ਕਈ ਵਾਰੀ ਉਜੜੀ। ਹਰੀ ਮੇਲੋ ਮੈਨੂੰ, ਵਾਹਿਗੁਰੂ ਮੇਲੋ ਮੈਨੂੰ ਸੁਆਮੀ ਮਾਲਕ ਦੇ ਨਾਲ ਮਿਲ ਜਾਵਾਂ, ਜਿੱਤੋਂ ਵਿਛੜਿਆ ਹੋਇਆ ਹਾਂ। ਮਾੜੇ ਕਰਮਾਂ ਅਨੁਸਾਰ ਵਿਛੋੜਾ ਪੈ ਗਿਆ ਹੋਇਆ ਹੈ। ਪ੍ਰਭੂ ਜਿਸ ਕਾ ਨਿਜ ਅਚਲ ਧਾਮ, ਘਰ ਸਤ ਸੰਗਤ ਰੂਪੀ ਤੇ ਸੱਚਖੰਡ ਰੂਪੀ। ਇੱਥੋਂ ਤੱਕ ਮੰਗਲਾਚਰਨ ਦੇ ਸ਼ਬਦ ਹਜ਼ੂਰ ਨੇ ਬਖਸ਼ ਕੀਤੇ ਨੇ, ਨਾਨਕ ਪਾਤਸ਼ਾਹ ਨੇ ਵੀ ਬਖਸ਼ ਕੀਤੇ ਨੇ। ਪਹਿਲੇ 12 ਮਾਹਾਂ ਵਿੱਚ, 2 12ਵਾਂ ਦਸਮ ਗ੍ਰੰਥ ਵਿੱਚ, ਉਹ ਵੀ ਚੇਤ ਤੋਂ ਹੀ ਆਰੰਭ ਹੁੰਦੇ ਨੇ। ਇਸ ਕਰਕੇ ਨਵਾਂ ਸਾਲ ਚੇਤ ਤੋਂ ਹੀ ਮੰਨਣਾ ਪਊਗਾ। ਉਸ ਤਰ੍ਹਾਂ ਗਿਣਤੀ ਨਹੀਂ ਹੋ ਸਕਦੀ। ਪਿਤਾ ਕਾ ਜਨਮ ਕੇ ਜਾਣੇ ਪੂਤ, ਸਗਲ ਪਰੋਈ ਆਪਣੇ ਸੂਤ। ਆਓ ਮਹੀਨੇ ਦਾ ਪਾਠ ਮਹਾਰਾਜ ਸਾਹਿਬ ਕਿਰਪਾ ਕਰਕੇ ਜੋਗ ਜੋਗ ਅਰਥ ਆਪਾਂ ਮਿਲ ਜੁਲ ਕੇ ਕਰ ਲਈਏ। ਚੇਤ ਗੋਬਿੰਦ ਅਰਾਧੀਐ, ਹੋਵੇ ਆਨੰਦ ਘਣਾ। ਗੋਬਿੰਦ ਨਾਮ ਕਾਲ ਪੁਰਖ ਦਾ ਹੈ। ਗੋ ਧਰਤੀ ਨੂੰ ਬਿੰਦ ਪ੍ਰਾਪਤ ਹੋਣਾ, ਗੋ ਇੰਦਰੀਆਂ ਦੇ ਬਿੰਦ ਰੱਖਿਆ ਕਰਨ ਵਾਲਾ। ਇਸ ਪ੍ਰਕਾਰ ਗੋਵੇਦਾਂ ਦੁਆਰਾ ਬਿੰਦ ਜਾਣਨੇ ਯੋਗ। ਚੇਤ ਮਹੀਨਾ ਚੇਤ ਯਾਦ ਕਰ, ਜਿਹੜਾ ਤੂੰ ਕਰਾਰ ਕਰਕੇ ਆਇਆ ਹੈ। ਚੇਤਾ ਆਈ ਤਾਂ ਚੇਤ, ਸਹਿਬ ਸੱਚਾ ਸੋ ਧਣੀ। ਗੁਰਮੁਖਾਂ ਕਰਾਂ ਉਪਰ ਹਰ ਚੇਤੇ ਆਸ, ਪਾਈਨ ਮੋਖ ਦਵਾਰ। ਗੋਬਿੰਦ ਨੂੰ ਜਪ, ਕਾਲ ਪੁਰਖ ਨੂੰ ਜਪ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ। ਸੋ ਗੋਬਿੰਦ 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 ਸੰਗ, ਨਾਮ ਦਿਓ ਮਨ ਲੀਣਾ। ਆੜ ਦਾਮ ਕੋਸ਼ੀ ਪਰੋ, ਹੋਇਓ ਲਖੀਣਾ। ਬੜਾ ਕੁਛ ਲਿਖਿਆ ਹੈ। ਅਰਾਧੀਏ ਮਨ ਬਾਣੀ ਸਰੀਰ ਕਰਕੇ, ਕੀ ਆਨੰਦ ਘਣਾ ਬਹੁਤਾ। ਵਿਸ਼ੇ ਆਨੰਦ ਨਹੀਂ, ਜੋਗਾ ਆਨੰਦ ਨਹੀਂ, ਭੋਗਾ ਆਨੰਦ ਨਹੀਂ। ਇਸ ਪ੍ਰਕਾਰ ਦਸਮ ਦਵਾਰ ਸਵਾਜ ਚੜਾਉਣ ਦਾ ਆਨੰਦ ਨਹੀਂ। ਮਨ ਨਿਰਮਲ ਨਹੀਂ ਦਸਵੇਂ ਦਵਾਰ। ਭਰਮ ਭਰਮ ਆਵੇ ਮੂੜਾ, ਵਾਰੋ ਵਾਰ ਜੰਮਦਾ ਮਰਦਾ ਰਵੇਗਾ। ਕੋਈ ਪ੍ਰਾਪਤੀ ਨਹੀਂ ਹੋਣੀ। ਸੰਤ ਜਨਾਂ ਮਿਲ ਪਾਈਐ, ਰਸਨਾ ਨਾਮ ਭਣਾ। ਭਣਾ ਹੁੰਦਾ ਉਚਾਰਨਾ ਰਸਨਾ ਦੇ ਨਾਲ। ਸ਼ਾਂਤ ਚਿਤ ਮਹਾਤਮਾ ਜੇ ਮਿਲ ਜਾਣ, ਸੰਗਤ ਗੁਰੂ ਰੂਪ ਹੈ, ਸੰਤ ਰੂਪ ਹੈ। ਜਿਹੜੀ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਬੈਠੀ ਹੈ, ਇਹਨਾਂ ਨਾਲ ਮਿਲ ਕੇ ਪਾਈ ਹੈ ਰਸਨਾ ਦੇ ਨਾਲ। ਭਣਾ ਉਚਾਰਨਾ ਵਾਹਿਗੁਰੂ ਮੰਤਰ ਅਤੇ ਮੂਲ ਮੰਤਰ ਪਰਮੇਸ਼ਰ ਦੇ ਨਾਮ ਨੇ ਦੋਵੇਂ। ਅਕਾਲ ਪੁਰਖ ਦੀ ਬਖਸ਼ਿਸ਼ ਹੈ ਨਾਮ ਭਣਾ।
ਜਿਨ ਪਾਇਆ ਪ੍ਰਭ ਆਪਣਾ ਆਏ ਤਿਸਹਿ ਗਣਾ। ਜਨਮ ਲੈ ਕੇ ਤਾਂ ਸਾਰੇ ਆਏ ਨੇ ਤੇ ਗਿਣਤੀ ਵੀ ਹੈ ਉਹਨਾਂ ਦੀ, ਕਿੰਨੇ ਜੀਵ ਨੇ, ਕਿੰਨੀ ਮਰਦ ਸ਼ੁਮਾਰੀ 'ਚ ਕਿੰਨਾ ਕੁ ਲੇਖਾ ਪਤਾ। ਜਿਨ ਪਾਇਆ ਪ੍ਰਭ ਆਪਣਾ, ਗੁਰੂ ਘਰ 'ਚ ਪਰਮੇਸ਼ਰ ਦੇ ਘਰ 'ਚ ਉਹ ਗਿਣਤੀ ਵਿੱਚ ਨੇ ਜਿਹੜੇ ਦੁਨੀਆ 'ਤੇ ਆ ਕੇ ਜਨਮ ਲੈ ਕੇ ਤੇ ਪਰਮੇਸ਼ਰ ਦੇ ਗੁਣਾਂ ਨੂੰ ਗਾਇਆ। ਆਇਆ ਸਫਲ ਤਾਹੂ ਕੋ ਗਣੀਐ, ਜਾਸ ਰਸਨ ਮੁਖ ਹਰ ਹਰ ਭਣੀਐ। ਹਰੀ ਨੂੰ ਉਚਾਰਿਆ, ਉਹ ਗਿਣਤੀ 'ਚ ਨੇ, ਦੂਜੇ ਨਹੀਂ, ਨਹੀਂ ਦੂਜੇ ਨਹੀਂ। ਆਮਨੇ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਸ ਢੋਰ। ਉਹ ਪਸ਼ੂਆਂ ਵਰਗੀ ਜ਼ਿੰਦਗੀ ਲਗਾ ਰਹੇ ਨੇ ਤੇ ਪਸ਼ੂਆਂ ਦਾ ਪਸ਼ੂ ਢੋਰ, ਗਧਾ ਪਸ਼ੂ, ਉਹਨਾਂ ਦੇ ਪਾਪ ਪੱਠੇ ਢੋਣ ਵਾਲਾ। ਇਹੋ ਜਿਹੇ ਹਾਲਾਤ ਹੈ ਦੁਨੀਆ 'ਤੇ। ਭੱਜ ਭੱਜ ਕੇ, ਦੌੜ ਦੌੜ ਕੇ, ਮਾਇਆ ਕਤਰ ਕਰ ਕਰਕੇ ਆਪਣੇ ਭਾਪ ਹੋ ਪ੍ਰਪੰਚ ਕਰ ਪਰ ਧਨ ਲਿਆਵੈ। ਸੁਖ ਦਾਰਾ ਪੈ ਆਨ ਲਟਾਵੈ, ਮਨ ਮੇਰੇ ਭੂਲੇ ਕਪਟ ਨ ਕੀਤੇ ਅੰਤ ਨਿਬੇੜਾ। ਤਿਸ ਜੀ ਪੈ ਲੀਜੇ ਇਹ ਲੋਕ, ਜਿਚਰ ਖਾਵਣ ਪਹਿਨਣੇ ਤਿਚਰ ਰੱਖਣ ਗੰਢ। ਜਿਦਨ ਕਛ ਨ ਹੋਵੇ ਤਿਤਨ ਬੋਲਣ ਗੰਧ। ਦੀ ਹਾਲਾਤ ਹੈ ਨਹੀਂ ਸਰੀਰ ਨੇ ਸਾਥ ਨਾਲ ਨਿਭਣਾ। ਕੁਮਿੱਤਰਾਂ ਸਈ ਕਾਢੀ ਇੱਕ ਵੇਖ ਨਾ ਚੱਲੀ ਸਾਥ ਦੇ ਕਦਮ। ਤੈ ਢੇਰੀ ਤਨ ਖੇ ਹੋ ਜਾਣਾ, ਤੇ ਨਹੀਂ ਸੰਬੰਧੀਆਂ ਨੇ ਤੇ ਨਹੀਂ ਮਾਇਆ ਨੇ ਨਾਲ ਜਾਣਾ, ਨਾ ਹੋਰ ਵਸਤੂ ਨੇ ਜਾਣਾ ਹੈ। ਕੀਤੇ ਕਰਮਾਂ ਕੁਕਰਮਾਂ ਨੇ ਨਾਲ ਜਾਣਾ ਹੈ। ਕੁਕਰਮ ਮਾੜੇ ਤੇ ਕਰਮ ਚੰਗੇ, ਉਹ ਆਏ ਦੁਨੀਆ ਦੀ ਗਿਣਤੀ ਵਿੱਚ ਨੇ, ਦੂਜੇ ਨਹੀਂ। ਏਖਨ ਤਿਸ ਬਿਨ ਜੀਵਣਾ, ਬਿਰਥਾ ਜਨਮ ਜਣਾ। ਇੱਕ ਕਿਨ ਥੋੜਾ ਸਮਾਂ ਵੀ, ਇੱਕ ਖਨ ਖਿਨ ਪਾਲ ਮੋਕੋ ਬਹੁਤ ਦਿਹਾਰੇ। ਮਨ ਨਾ ਰਹੇ ਕੈਸੇ ਮਿਲੋਂ ਪਿਆਰੇ, ਚਾਰ ਪੈਰ ਚਹੁ ਜੁਗੇ ਸਮਾਨੇ। ਰਹਿਣ ਭਈ ਤਬ ਅੰਤ ਨ ਜਾਣੇ। ਇਹ ਤੇ ਉਹਨਾਂ ਨੂੰ ਜਿਹਨਾਂ ਨੂੰ ਕਦਰ ਹੈ ਉਹੀ ਗੱਲ ਨੂੰ ਕਮਾ ਸਕਦੇ। ਇੱਕ ਖਿਨ ਥੋੜਾ ਸਮਾਂ, ਤੇ ਇਸ ਪਰਮੇਸ਼ਰ ਤੋਂ ਬਿਨਾਂ ਜਿਹੜਾ ਜਿਉਣਾ ਹੈ ਉਹ ਜਣਾ ਜਨਣਾ ਕਰੋ। ਜਨਮ ਵਿਅਰਥ ਹੈ ਤੇਰਾ, ਘੜੀ ਵਿਅਰਥ ਚਲ ਗਈ ਤੇਰੀ। ਨਹੀਂ ਜਣਾ ਜੰਮਿਆ ਹੋਇਆ ਦੁਨੀਆ 'ਤੇ ਸਫਲਾ ਨਹੀਂ ਹੋਵੇਗਾ। ਕਿਹਨੂੰ ਯਾਦ ਕਰੀਏ, ਕਿਹਨੂੰ ਚੇਤੇ ਕਰੀਏ, ਲੱਗਦੀ ਨਹੀਂ। ਇੰਨਾ ਕੁਝ ਸਮਝਾਇਆ ਹੈ। ਜਲ ਥਲ ਮਹੀ ਅਲ ਪੂਰਿਆ ਰਵਿਆ ਵਿੱਚ ਵਣਾ ਜਲ। ਸੋ ਜੋ ਸਮੁੰਦਰ ਹੈ ਬਹੁਤ ਵੱਡਾ ਹੈ, ਸਭ ਨਦੀਆਂ ਉਹਦੇ 'ਚ ਪੈਂਦੀਆਂ, ਉਹ ਤੋਂ ਪੈਦਾ ਹੁੰਦਾ ਹੈ। ਤੇ ਥਲ ਧਰਤੀ, ਤੇ ਮਹੀ ਆਮ ਧਰਤੀ, ਤੇ ਅਲ ਆਕਾਸ਼ ਪਰਿਪੂਰਨ। ਸੋ ਜਿਮੀ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ। ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਇਸ ਪ੍ਰਕਾਰ ਰਵਿਆ ਮਿਲਿਆ ਹੋਇਆ, ਰਵਿਆ ਉਚਾਰਿਆ ਕਰ, ਚਾਰਨਾ ਕਰੋ, ਉਸ ਦੇ ਆਨੰਦ ਨੂੰ ਲੈਣਾ ਕਰੋ। ਰਵੇ ਦੇ ਕਈ ਕਿੰਨੇ ਅਰਥ ਨੇ, ਵਿੱਚ ਗਣਾ। ਇਸ ਪ੍ਰਕਾਰ ਵਣਾ ਦਰਖਤਾਂ ਰੁੱਖਾਂ ਦਰਖਤਾਂ ਵਿੱਚ, ਕਣ ਕਣ ਵਿੱਚ ਮਿਲਿਆ ਹੋਇਆ ਹੈ। ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਘੀਆ। ਊਚ ਨੀਚ ਮੈਂ ਜੋਰ ਸੁਮਾਣੀ, ਘਟ ਘਟ ਮਾਧੋ ਜੀਆ। ਘਟ ਘਟ ਮੈਂ ਹਰ ਜੁਗ ਬਸੈ, ਸੰਤਨ ਕਹਿਓ ਪੁਕਾਰ। ਸਾਰੀ ਥਾਈਂ ਮਿਲਿਆ ਹੋਇਆ। ਸੋ ਪ੍ਰਭ ਚੇਤਨ ਆਵਈ, ਜਿੱਥੇ ਮਰਜੀ ਬਹਿ ਕੇ ਯਾਦ ਕਰ ਲਓ, ਉੱਥੇ ਹੀ ਹੈ। ਤੇ ਵੇਖੀਏ ਕਿਹੜੇ ਰੂਪ ਜਿਹੜੇ ਤੇਰੀ ਸਰਦਾ ਬਣਦੀ ਹੈ, ਉਸੇ 'ਚ ਦਰਸ਼ਨ ਦੇ ਦੂ ਉਸੇ ਵੇਲੇ। ਅਨਕ ਰੂਪ ਖਿੰਨ ਮਹਿ ਕੁਦਰਤ ਤਾਰਦਾ, ਸ਼ਕਤੀ ਦੁਆਰਾ ਅਨੇਕ ਸਰੂਪ ਉਸੇ ਵੇਲੇ ਧਾਰ ਕੇ ਸਾਹਮਣੇ ਹੋ ਜਾਂਦਾ ਹੈ। ਕਬੀਰ ਦੇ ਘਰੇ ਕੁੱਕਰ ਬਣ ਕੇ ਚਲ ਗਿਆ ਸੀ, ਨਾਮਦੇਵ ਦੇ ਪ੍ਰਸ਼ਾਦੇ ਕੁੱਕਰ ਬਣ ਕੇ ਲੈ ਗਿਆ ਸੀ। ਇਸ ਪ੍ਰਕਾਰ ਪ੍ਰੇਤਾਂ ਵਿੱਚ, ਭੂਤਾਂ ਵਿੱਚ, ਸਾਰੇ ਥਾਂ ਉਸੇ ਨੂੰ ਵੇਖ ਲਿਆ ਤੇ ਪ੍ਰਗਟ ਹੋ ਕੇ ਦਰਸ਼ਨ ਵੀ ਦਿੰਦਾ ਰਿਹਾ। 72 ਵਾਰੀ ਦਰਸ਼ਨ ਨਾਮਦੇਵ ਨੂੰ ਹੋਏ ਹੈ। ਪਰ ਨਾਮੇ ਨਾਰਾਇਣ ਨਾਹੀ ਭੇਦ, ਨਾਮਦੇਵ ਹਰ ਜੀ ਬਸੇ ਸੰਗ। ਸੋ ਪ੍ਰਭ ਚੇਤਨ ਆਵਈ, ਉਹ ਪਰਮੇਸ਼ਰ ਕਾਲ ਪੁਰਖ ਚੇਤੇ ਯਾਦ ਨਹੀਂ ਆਉਂਦਾ। ਕਿਤੜਾ ਦੁੱਖ ਗਣਾ, ਕਿੰਨਾ ਕੁ ਗਿਣੀਏ ਵੀ ਕਿੰਨਾ ਕੁ ਦੁੱਖ ਤੈਨੂੰ ਮਿਲੂ। ਸੋ ਇਹਦੀ ਤਾਂ ਗਿਣਤੀ ਕੋਈ ਨਹੀਂ। ਬੇਅੰਤ ਦੁੱਖ ਮਿਲਣਗੇ, ਸਦਾ ਹੀ ਦੁੱਖ। ਸਰੀਰ ਜਿਹੜਾ ਧਾਰ ਕੇ ਦੁਨੀਆ 'ਤੇ ਆ ਗਿਆ, ਜਹਾਂ ਜਹਾਂ ਦੇਹੀ ਧਾਰੀ ਰਹਿ ਨਾ ਪਾਇਓ ਕਬਹੂ। ਰਹਿਣਾ ਤਾਂ ਕਿਸੇ ਵੀ ਨਹੀਂ, ਪਰ ਦੁੱਖ ਹੀ ਦੁੱਖ ਹੈ। ਭੁੱਖ ਦਾ ਦੁੱਖ, ਸਰੀਰਕ ਦੁੱਖ, ਹੋਰ ਕਈ ਅਨੇਕ ਪ੍ਰਕਾਰ ਦੇ ਦੁੱਖ ਨੇ। ਜਿਨੀ ਰਾਵਿਆ ਸੋ ਪ੍ਰਭੂ, ਤਿੰਨਾ ਭਾਗ ਮੈਣਾ ਰਾਵਿਆ, ਜਪਿਆ ਰਾਧਿਆ। ਇਸ ਪ੍ਰਕਾਰ ਉਸ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਨੂੰ ਕਿਤੇ ਗੱਲ ਮਿਲਦੀ ਕੋਈ ਵੀ ਕਿਸੇ ਸਰੀਰ ਨੂੰ, ਕਿਸੇ ਬੰਦੇ ਨੂੰ, ਕਿਸੇ ਦੇਵਤੇ ਨੂੰ, ਤੇ ਫਿਰ ਵੀ ਪਗਾਂ ਦੀਆਂ ਪਗਾਂ ਭੁੱਲੀਆਂ ਫਿਰਦੀਆਂ ਨੇ। ਜਿਨੀ ਰਾਵਿਆ ਉਚਾਰਿਆ ਰਸਨਾ ਤੋਂ ਯਾਦ ਕੀਤਾ ਪ੍ਰਭੂ ਨੂੰ। ਤਿੰਨਾ ਭਾਗ ਮਣਾ, ਇੱਕ ਮਣ ਨਹੀਂ ਬਹੁਤੇ ਮਣਾ। ਬਹੁਤੇ ਮਣਾ ਮੂੰਹ ਹੀ ਭਾਗ ਚੰਗੇ ਨੇ। ਜਿਹੜਾ ਕਾਲ ਨਿਰੰਕਾਰ ਦੀ ਚਰਨੀ ਲੱਗਾ ਹੈ, ਹਰ ਦਰਸ਼ਨ ਕਉ ਮਨ ਲੋਚਦਾ, ਨਾਨਕ ਪਿਆਸ ਮਨਾ। ਹਰੀ ਦੇ ਦਰਸ਼ਨ ਨੂੰ ਮਨ ਲੋਚਦਾ, ਚਾਹੁੰਦਾ ਹੈ, ਪਿਆਸ ਲੱਗੀ ਹੈ। ਜਿਵੇਂ ਜਲ ਦੀ ਪਿਆਸ ਲੱਗੀ ਹੋਵੇ
ਤੇ ਉਸ ਨੂੰ ਕਹੀਏ ਤੂੰ ਪ੍ਰਸ਼ਾਦਾ ਛਕ ਲਾ, ਤੂੰ ਫਲ ਛਕ ਲਾ, ਤੂੰ ਛਾਵੇਂ ਬਹਿ ਲਾ, ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮੈਂ ਅਗਨ ਉੱਠੀਏ ਤਕਾਏ। ਜਲ ਦੀ ਪਿਆਸ ਜਲ ਨਾਲ ਹੀ ਬੁਝਣੀ ਹੈ, ਤੇ ਪਿਆਸ ਤੇਰੇ ਦਰਸ਼ਨਾਂ ਦੀ, ਤੇਰੇ ਨਾਮ ਦੀ, ਇਸ ਤੋਂ ਬਿਨਾਂ ਨਹੀਂ ਬੁਝਣੀ, ਭਾਵੇਂ ਕੋਈ ਕੁਝ ਵੀ ਕਿਉਂ ਨਾ ਦੇ ਦੇ। ਜਿਨ ਹਰ ਹਰ ਸਦ ਮੀਠਾ ਲਾਗਾ, ਤਿਨ ਦੂਜੇ ਚਿਤ ਨ ਲਾਇਆ ਰਾਮ। ਜੇ ਧਰਤੀ ਸਭ ਕੰਚਨ ਕਰ ਦੀਜੈ, ਮੇਰੇ ਨਾਵੇਂ ਅਵਰ ਨਾ ਭਾਇਆ ਹਰਾਮ। ਆਹ ਧਰਤੀ ਨਹੀਂ, ਵਿਸ਼ੇ ਵਿਕਾਰਾਂ ਵਾਲੀ ਧਰਤੀ ਨਹੀਂ, ਕੰਚਨ ਸੋਨੇ ਦੀ ਧਰਤੀ ਬਣਾ ਕੇ ਰਾਜ ਦੇਵੋ। ਤੇ ਪਰਮੇਸ਼ਰ ਦਾ ਨਾਮ ਥੋੜ੍ਹਾ ਛੱਡ ਦੇਣਾ, ਸਿੱਖੀ ਛੱਡ ਦੇਣੀ ਹੈ, ਕਦੇ ਵੀ ਨਹੀਂ। ਦਰਸ਼ਨ ਕਉ ਮੰਦ ਲੋਚਦਾ ਨਾਨਕ, ਪਿਆਸ ਲੱਗੀ ਹੈ ਤੇਰੇ ਦਰਸ਼ਨਾਂ ਦੀ, ਤੇਰੇ ਨਾਮ ਦੀ, ਤੇਰੀ ਪ੍ਰਾਪਤੀ ਦੀ। ਚੇਤ ਮਿਲਾਏ ਸੋ ਪ੍ਰਭੂ, ਤਿਸ ਕੇ ਪਾਏ ਲੱਗਾ। ਜਿਹੜਾ ਸਾਡਾ ਵਿਛੋੜਾ ਦੂਰ ਕਰ ਦੇਵੇ, ਸਾਡਾ ਮਿਲਾਪ ਕਰਾ ਦੇਵੇ। ਤੈ ਸਾਹਿਬ ਕੀ ਬਾਤ ਜੇ ਆਖੇ, ਕਹੋ ਨਾਨਕ ਕਿਆ ਦੀਜੈ। ਸੀਸ ਵੱਡੇ ਕਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀਜੈ। ਇਸ ਪ੍ਰਕਾਰ ਮੇਰੇ ਸਿਰ ਹੀ ਵੱਢ ਕੇ ਉਹਦੇ ਬੈਠਣ ਲਈ ਰੱਖ ਦੇਵਾਂ। ਚਰਨੀ ਜਿਹੜਾ ਪਰ ਮਿਲਾਪ ਕਰਾ ਦੇਵੇ, ਚੰਗੀ ਰਹਿ ਦੇਵੇ। ਜਿਹੜਾ ਖੋਟੀ ਮੱਤ ਦੇਵੇ, ਖੋਟੀ ਰਹਿ ਦੇਵੇ, ਉਸ ਤੋਂ ਦੂਰੀ ਚੰਗੀ ਹੈ। ਸੰਗਤ ਤੋਂ ਬਚਣਾ ਤੇ ਸੰਗਤ ਕਰਨੀ। ਹਰ ਰੋਜ਼ ਪ੍ਰਵਾਹ ਚੱਲਦਾ ਗੁਰੂ ਕੀ ਬਾਣੀ ਦਾ, ਗੁਰਦੁਆਰੇ ਸਾਹਿਬ ਦਰਸ਼ਨ ਕਰਿਆ ਕਰੋ, ਕੰਨਾਂ ਨਾਲ ਸੁਣਿਆ ਕਰੋ। ਮਨ ਆਤਮ ਨੂੰ ਲੱਗੀ ਮੈਲ, ਜਿਵੇਂ ਜਿਵੇਂ ਲੱਥੇਗੀ ਤਿਵੇਂ ਤਿਵੇਂ ਪ੍ਰਭੂ ਦੀ ਨੇੜਤਾ ਵਧੇਗੀ। ਸ਼ਾਇਦ ਦਾਸ ਬਹੁਤਾ ਨਾ ਬੋਲੀ ਜਾਵੇ, ਥੋੜ੍ਹੇ ਅੱਖਰਾਂ 'ਚ ਬੇਨਤੀ ਕੀਤੀ ਹੈ, ਭਾਵੇਂ ਇੰਨੇ ਅੱਖਰ ਹੋਰ ਵਿਸਾਰ ਮੰਗਦੇ ਸੀ। ਸਤਿਗੁਰੂ ਕਿਰਪਾ ਕਰ ਸਭ ਦਾ ਪੜ੍ਹਿਆ ਸੁਣਿਆ ਥਾਂ ਪਾਉਣ। ਸਿੱਖੀ ਸਿਦਕ ਭਰੋਸਾ ਨਾਮ ਦੀ ਦਾਤ ਪ੍ਰਾਪਤ ਹੋਵੇ। ਸਤਿਕਾਰਯੋਗ ਵੀਰ ਹਰਵਿੰਦਰ ਸਿੰਘ ਪ੍ਰੀਤ ਸਟੂਡੀਓ ਵਾਲੇ ਰਿਕਾਰਡ ਕਰੀ ਜਾਂਦੇ ਹੈ। ਤੁਹਾਡੀਆਂ ਮੂਰਤੀਆਂ ਸਰੀਰਾਂ ਦਾ ਪਤਾ ਨਹੀਂ, ਦੇਸਾਂ ਪ੍ਰਦੇਸਾਂ ਤੱਕ ਇਸ ਤਰ੍ਹਾਂ ਘੁੰਮਣੀਆਂ ਨੇ। ਸਤਿਗੁਰੂ ਕਿਰਪਾ ਕਰਨ, ਆਓ ਭੋਗ ਪਾਈਏ, ਫਤਿਹ ਗਜਾਈਏ। ਸਤਿਕਾਰਯੋਗ ਪ੍ਰਬੰਧਕ ਵੀਰਾਂ ਪਾਸੋਂ ਹਿਸਾਬ ਕਿਤਾਬ ਵੀ ਸੁਣਨੇ ਚਾਹੀਦੇ ਨੇ। ਇਹ ਦਿਹਾੜੇ ਬੜੇ ਸੁੰਦਰ ਚੱਲਦੇ ਨੇ, ਮਨਾਉਣੇ ਚਾਹੀਦੇ ਨੇ। ਭੋਗ ਪਾਈਏ ਅਤੇ ਫਤਿਹ ਗਜਾਈਏ। ਹਰ ਦਰਸ਼ਨ ਕਉ ਮਨ ਲੋਚਦਾ, ਨਾਨਕ ਪਿਆਸ ਮਨਾ। ਚੇਤ ਮਿਲਾਏ ਸੋ ਪ੍ਰਭੂ, ਤਿਸ ਕੈ ਪਾਏ ਲੱਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।